ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤ ਸਭ ਮਾਹੇ ਸਮਾਣੀ। ਨਿਰਮਲ ਬਾਣੀ ਹਰ ਸਾਲਾਹੀ, ਜਪ ਹਰ ਨਿਰਮਲ ਮੈਲ ਗਵਾਵਣਿਆ। ਨਿਰਮਲ ਬਾਣੀ ਹਰ ਸਾਲਾਹੀ, ਜਪ ਹਰ ਨਿਰਮਲ ਮੈਲ ਗਵਾਵਣਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਬਚਨ ਤੀਸਰੀ ਪਾਤਸ਼ਾਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਜੋ ਆਪ ਜੀ ਨੇ ਸਰਵਣ ਕੀਤੇ। ਇਹਨਾਂ ਪਵਿੱਤਰ ਬਚਨਾਂ ਰਾਹੀਂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਬਖਸ਼ਿਸ਼ ਕਰਦੇ ਹਨ। ਮਾਝ ਮਹੱਲਾ ਤੀਜਾ। ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਸ ਨੇ ਇਹ ਸਾਜਨਾ ਕੀਤੀ ਉਹ ਆਪ ਨਿਰਮਲ ਹੈ। ਉਸ ਦੇ ਉਚਾਰੇ ਹੋਏ ਬਚਨ ਵੀ ਨਿਰਮਲ ਹਨ। ਨਿਰਮਲ ਜੋਤ ਸਭ ਮਾਹੇ ਸਮਾਣੀ, ਉਹ ਆਪ ਨਿਰਮਲ ਹੈ। ਉਹਦੀ ਜੋਤ ਵੀ ਨਿਰਮਲ ਹੈ ਜੋ ਸਾਰਿਆਂ ਵਿੱਚ ਸਮਾਈ ਹੋਈ ਹੈ। ਨਿਰਮਲ ਬਾਣੀ ਹਰ ਸਾਲਾਹੀ, ਜਪ ਹਰ ਨਿਰਮਲ ਮੈਲ ਗਵਾਵਣਿਆ। ਐਸੇ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੂੰ ਨਿਰਮਲ ਬਾਣੀ ਦੇ ਨਾਲ ਭਾਵ ਚੰਗੀ ਸੋਚ ਦੇ ਨਾਲ ਸੁਰਤ ਨੂੰ ਸਾਫ਼ ਕਰਕੇ ਅਗਰ ਅਸੀਂ ਉਸ ਨੂੰ ਗਾਈਏ ਤਾਂ ਸਾਡੀਆਂ ਵੀ ਮੈਲਾਂ ਲਾਹੁਣ ਦੇ ਯੋਗ ਹੈ, ਸਾਡੀਆਂ ਵੀ ਮੈਲਾਂ ਲਾ ਸਕਦੀ ਹੈ। ਗੁਰੂ ਜੀ ਨੇ ਜੋ ਸ਼ਬਦ ਉਚਾਰਨ ਕੀਤੇ, ਜੋ ਗੁਰਬਾਣੀ ਉਚਾਰਨ ਕੀਤੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਗੁਰੂ ਦੇ ਉਚਾਰੇ ਸ਼ਬਦ ਨਿਰਮਲ ਹਨ ਔਰ ਸ਼ੁੱਧ ਹੈ, ਪਵਿੱਤਰ ਹੈ। ਸਤਿਗੁਰ ਦੀ ਅੰਮ੍ਰਿਤਮਈ ਬਾਣੀ ਵੀ ਮਾਇਆ ਦੀ ਮੈਲ ਤੋਂ ਰਹਿਤ ਹੈ, ਮਾਇਆ ਤੋਂ ਰਹਿਤ ਹੈ, ਨਿਰਮਲ ਹੈ। ਔਰ ਜੋ ਸਾਡੇ ਸਭ ਦੇ ਅੰਦਰ ਉਸ ਪਰਮੇਸ਼ਰ ਦੀ ਜੋਤ ਆਤਮਾ ਹੈ ਉਹ ਵੀ ਨਿਰਮਲ ਹੈ, ਉਹ ਵੀ ਮੈਲਾਂ ਤੋਂ ਰਹਿਤ ਹੈ। ਜੋ ਬ੍ਰਹਮ ਹੈ ਨਿਰਗੁਣ ਸਰੂਪ ਉਹ ਵੀ ਨਿਰਮਲ ਹੈ, ਪਵਿੱਤਰ ਹੈ, ਸ਼ੁੱਧ ਹੈ।
ਚੇਤਨ ਸਤਾ ਜੋ ਪਰਮੇਸ਼ਰ ਦੀ ਹੈ, ਜੋ ਸਾਰਿਆਂ ਵਿੱਚ ਸਮਾਈ ਹੋਈ ਹੈ, ਉਹ ਵੀ ਨਿਰਮਲ ਹੈ। ਔਰ ਅਸੀਂ ਉਸ ਪਰਮੇਸ਼ਰ ਨੂੰ ਨਿਰਮਲਤਾ ਨਾਲ ਹੀ ਸਲਾਹੁਣਾ ਕਰੀਏ। ਜਿਸ ਤਰ੍ਹਾਂ ਗੁਰੂ ਪਿਆਰੋ, ਅਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹਾਂ, ਸਰੀਰ ਨੂੰ ਨਿਰਮਲ ਕਰਦੇ ਹਾਂ, ਫਿਰ ਨਿਰਮਲ ਵਸਤਰ ਪਹਿਨਦੇ ਹਾਂ, ਸ਼ੁੱਧ ਕੱਪੜੇ ਪਹਿਨਦੇ ਹਾਂ। ਇਹ ਬਾਹਰਲੀ ਸਫਾਈ ਹੈ। ਅੰਦਰਲੀ ਨਿਰਮਲਤਾ ਹੈ ਸੁਰਤ ਨੂੰ ਸਾਫ਼ ਕਰਨਾ। ਸੁਰਤ ਵਿੱਚੋਂ ਵਿਕਾਰਾਂ ਨੂੰ ਕੱਢ ਕੇ ਉਸ ਨਿਰਮਲ ਪਰਮੇਸ਼ਰ ਦੀ ਜੋ ਮਲ ਰਹਿਤ ਹੈ, ਜਿਸ ਨੂੰ ਕੋਈ ਵਿਕਾਰ ਨਹੀਂ ਹੈ, ਜੋ ਤਿੰਨਾਂ ਗੁਣਾਂ ਤੋਂ ਪਰੇ ਹੈ, ਰਜੋ ਤਮੋ ਸਤੋ, ਇਹਨਾਂ ਵਿਕਾਰਾਂ ਤੋਂ ਬਾਹਰ ਹੈ, ਜਿਸ ਦੇ ਅੰਦਰ ਕਿਸੇ ਦੇ ਪ੍ਰਤੀ ਕੋਈ ਦਵੈਤ, ਕੋਈ ਈਰਖਾ ਨਹੀਂ, ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਵੈਰ ਵਾਲੀ ਗੱਲ। ਤੇ ਉਸ ਨੂੰ ਪਾਉਣ ਵਾਸਤੇ ਸਾਨੂੰ ਵੀ ਉਹੇ ਜਿਹਾ ਹੋਣਾ ਪੈਣਾ, ਭਾਵ ਆਪਣੇ ਆਪ ਨੂੰ ਸਾਫ਼ ਕਰਨਾ ਪੈਣਾ, ਤਾਂ ਹੀ ਉਸ ਨੂੰ ਪਾਇਆ ਜਾ ਸਕਦਾ। ਭਾਵੇਂ ਕਿ ਬਾਹਰੀ ਤੌਰ 'ਤੇ ਵੀ ਅਸੀਂ ਪਵਿੱਤਰਤਾ ਕਰਦੇ ਹਾਂ, ਪਰ ਅੰਦਰੂਨੀ ਤੌਰ 'ਤੇ ਵੀ ਹੋਣੀ ਚਾਹੀਦੀ ਹੈ। ਨਹੀਂ ਤਾਂ ਫਿਰ ਬੁੱਲੇ ਸ਼ਾਹ ਜੀ ਕਹਿੰਦੇ, ਜੇ ਰੱਬ ਮਿਲਦਾ ਨਹਾਤਿਆਂ ਧੋਤਿਆਂ ਮਿਲਦਾ ਡੱਡੂਆਂ ਮੱਛੀਆਂ। ਨਹਾਉਣਾ ਧੋਣਾ ਇੱਥੇ ਕੱਟਿਆ ਨਹੀਂ, ਪਰ ਅੰਦਰਲੀ ਗੱਲ ਵੀ ਉਹਨੇ ਕੀਤੀ। ਬੁੱਲੇ ਸ਼ਾਹ, ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਹੱਛੀਆਂ। ਇਹ ਅੰਦਰਲੀ ਸਫਾਈ ਹੈ। ਜੇ ਬਾਬੇ ਨਾਨਕ ਜੀ ਨੂੰ ਪੁੱਛੀਏ ਤੇ ਉਹ ਵੀ ਕਹਿੰਦੇ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਖੇ। ਹੱਥ ਪੈਰ ਗੰਦੇ ਹਨ ਤੇ ਪਾਣੀ ਦੇ ਨਾਲ ਸਾਫ਼ ਕਰ ਲਓ। ਮੂਤ ਪਲੀਤੀ ਕੱਪੜ ਹੋਏ, ਕੱਪੜੇ ਗੰਦੇ ਹੋ ਗਏ, ਮੈਲਾਂ ਲੱਗ ਗਈਆਂ, ਤਾਂ ਇਹਨੂੰ ਪਾਣੀ ਤੇ ਸਾਬਣ ਲਾ ਕੇ ਧੋ ਲਓ। ਦੇ ਸਾਬੂਨ ਲਈਆ ਉਹ ਧੋਏ। ਤੇ ਤੀਸਰੀ ਸਫਾਈ ਹੈ, ਭਰੀ ਹੈ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ। ਜੇ ਸਾਡੀ ਮਤ ਮੈਲੀ ਹੋ ਗਈ ਹੈ ਤਾਂ ਫਿਰ ਇਸ ਨੂੰ ਪਰਮੇਸ਼ਰ ਦੇ ਨਾਮ ਨਾਲ ਧੋਤਾ ਜਾਵੇ। ਇਸ ਕਰਕੇ ਇੱਥੇ ਨਿਰਮਲਤਾ ਦੀ ਗੱਲ ਚੱਲ ਰਹੀ ਹੈ। ਪਰਮੇਸ਼ਰ ਨਿਰਮਲ ਹੈ, ਗੁਰੂ ਨਿਰਮਲ ਹੈ, ਗੁਰੂ ਦੇ ਬਚਨ ਨਿਰਮਲ ਹਨ, ਭਾਵ ਇਹਨਾਂ ਵਿੱਚ ਕਿਸੇ ਦੇ ਵਰਤਾਏ ਕੋਈ ਈਰਖਾ ਦਵੈਤ ਭਾਵਨਾ ਨਹੀਂ ਹੈ, ਸੱਚ ਉਚਾਰਨ ਕੀਤਾ ਹੈ। ਨਿਰਮਲ ਸ਼ਬਦ, ਇਹ ਪਵਿੱਤਰ ਸ਼ਬਦ ਜੋ ਸਤਿਗੁਰ ਦੇ ਮੁਖਾਰਬਿੰਦ ਤੋਂ ਉਚਾਰਨ ਹੋਏ, ਨਿਰਮਲ ਹਨ ਤੇ ਸਾਨੂੰ ਨਿਰਮਲ ਕਰਨ ਵਾਲੇ ਹੈ। ਨਿਰਮਲ ਹੈ ਬਾਣੀ, ਸਤਿਗੁਰਾਂ ਦੇ ਮੁਖ ਵਿੱਚੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਵੀ ਨਿਰਮਲ ਹੈ। ਨਿਰਮਲ ਜੋਤ ਸਾ ਮਾਹੇ ਸਮਾਣੀ, ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੀ ਜੋਤ ਜੋ ਸਾਡੇ ਅੰਦਰ ਚੇਤਨਾ ਹੈ, ਜੋ ਬ੍ਰਹਮ ਹੈ, ਉਹ ਵੀ ਨਿਰਮਲ ਹੈ। ਬਸ ਬਾਹਰਲੇ ਪਾਸੇ ਜੋ ਸਾਡੇ ਮਨ ਦੇ ਅੰਦਰ ਵਿਕਾਰ ਪੈਦਾ ਹੋ ਗਏ, ਉਹਨਾਂ ਨੂੰ ਸਾਫ਼ ਕਰਨਾ ਹੈ। ਉਹਨਾਂ ਨੂੰ ਸਾਫ਼ ਕਰਨ ਵਾਸਤੇ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ। ਇਹ ਇਸੇ ਹੀ ਬਾਣੀ ਦੇ ਨਾਲ ਸਾਫ਼ ਹੋਣਾ। ਜਿਵੇਂ ਕੋਈ ਇਸਤਰੀ ਰੋਜ਼ਾਨਾ ਘਰ ਵਿੱਚ ਝਾੜੂ ਮਾਰਦੀ ਆ, ਜੋ ਝਾੜੂ ਮਾਰਿਆ ਸਫਾਈ ਹੋਣੀ ਆ। ਤਾਂ ਇਸ ਕਰਕੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਹੈ, ਉਹ ਆਪ ਨਿਰਮਲ ਹੈ, ਉਹਦਾ ਭੇਜਿਆ ਗੁਰੂ ਨਿਰਮਲ ਹੈ। ਗੁਰੂ ਦੇ ਉਚਾਰਨ ਕੀਤੇ ਜੋ ਮਹਿਮਾ ਰੂਪੀ ਸ਼ਬਦ ਹਨ, ਗਿਆਨ ਰੂਪੀ ਸ਼ਬਦ ਹਨ, ਇਹ ਵੀ ਨਿਰਮਲ ਹਨ। ਔਰ ਇਹ ਬਾਣੀ ਜਿਹੜੀ ਹੈ ਸਾਡੀ ਆਤਮਾ ਦੀ ਖੁਰਾਕ ਹੈ, ਕਿਉਂਕਿ ਉਹ ਵੀ ਨਿਰਮਲ ਹੈ। ਜਿਵੇਂ ਹੰਸਾਂ ਦੀ ਖੁਰਾਕ ਮੋਤੀ ਹੈ, ਹੰਸ ਨਿਰਮਲ ਹਨ। ਔਰ ਗੁਰਮੁਖ ਵੀ ਪਰਮ ਹੰਸ ਹਨ, ਉਹ ਵੀ ਨਿਰਮਲ ਹਨ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਉਹਨਾਂ ਦਾ ਭੋਜਨ ਵੀ ਗੁਰਬਾਣੀ ਦਾ ਗਿਆਨ ਹੈ।
ਭਾਵ ਗੁਰਬਾਣੀ ਦੇ ਮੁਤਾਬਕ ਜੀਵਨ ਬਤੀਤ ਕਰਨਾ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਜਿਵੇਂ ਹੰਸ ਕੇਵਲ ਮਾਨ ਸਰੋਵਰ 'ਤੇ ਰਹਿੰਦੇ ਹੈ ਅਤੇ ਉੱਥੋਂ ਕੇਵਲ ਅਤੇ ਕੇਵਲ ਉਹ ਮੋਤੀ ਖਾਂਦੇ ਆ, ਇਸੇ ਤਰ੍ਹਾਂ ਹੀ ਗੁਰਮੁਖਾਂ ਦੀ ਜਿਹੜੀ ਹੈ ਵਾਸਾ ਉਹ ਸੰਗਤ ਵਿੱਚ ਹੈ ਅਤੇ ਸੰਗਤ ਵਿੱਚੋਂ ਗਿਆਨ ਰੂਪੀ ਸ਼ਬਦਾਂ ਨੂੰ ਗ੍ਰਹਿਣ ਕਰਦੇ ਆ, ਉਹਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਦੇ ਹੈ। ਜੇ ਜੀਵਨ ਦੇ ਵਿੱਚ ਕੋਈ ਮੈਲ ਆਉਂਦੀ ਹੈ ਉਹਨੂੰ ਸ਼ਬਦ ਨਾਲ ਹੀ ਦੂਰ ਕਰਦੇ, ਗਿਆਨ ਦੇ ਨਾਲ ਦੂਰ ਕਰਦੇ ਆ। ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਇਹ ਸ਼ਬਦ ਨਿਰਮਲ ਹੈ, ਬਾਣੀ ਨਿਰਮਲ ਹੈ, ਆਤਮਾ ਨਿਰਮਲ ਹੈ। ਨਿਰਮਲ ਜੋਤ ਸਭ ਮਾਹੇ ਸਮਾਣੀ, ਸਤਾ ਚੇਤਨ ਸਤਾ ਨਿਰਮਲ ਹੈ, ਜੋ ਸਭ ਦੇ ਵਿੱਚ ਸਮਾਈ ਹੋਈ ਹੈ। ਨਿਰਮਲ ਬਾਣੀ ਹਰ ਸਾਲਾਹੀ, ਐਸੇ ਮਾਲਕ ਨੂੰ, ਐਸੇ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੂੰ ਜਿਹੜਾ ਹੈ ਗੁਰੂ ਪਿਆਰਿਓ, ਨਿਰਮਲ ਬਾਣੀ ਦੇ ਨਾਲ ਹੀ ਸਲਾਹਿਆ ਜਾਹੇ, ਉਹਦੀ ਸਿਫਤ ਸਲਾਹ ਕੀਤੀ ਜਾਵੇ। ਜਪ ਹਰ ਨਿਰਮਲ ਮੈਲ ਗਵਾਵਣਿਆ, ਤੇ ਰਹਿੰਦੀਆਂ ਖੂੰਹਦੀਆਂ ਮੈਲਾਂ ਵੀ ਜੋ ਜਨਮਾਂ ਜਨਮਾਂਤਰਾਂ ਤੋਂ ਸਾਡੀ ਸੋਚ ਨੂੰ, ਸਾਡੀ ਸੁਰਤ ਨੂੰ ਲੱਗੀਆਂ ਹੋਈਆਂ, ਉਹ ਵੀ ਦੂਰ ਹੋ ਜਾਣਗੀਆਂ। ਦੇਖਦੇ ਹਾਂ ਆਪਾਂ, ਮਨੁੱਖ ਵੇਖਣ ਨੂੰ ਇੱਕੋ ਜਿਹੇ ਦਿਸਦੇ ਆ, ਪਰ ਮਨੁੱਖਾਂ ਦੇ ਸੁਭਾਅ ਅਲੱਗ-ਅਲੱਗ ਹੈ। ਬਿਰਖੈ ਹੇਠ ਸਭ ਜੰਤੇ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਜਿਵੇਂ ਜੀਵ ਜੰਤੂਆਂ ਦੇ ਸੁਭਾਅ ਅਲੱਗ-ਅਲੱਗ ਹੈ। ਕੋਇਲ ਮਿੱਠਾ ਬੋਲਦੀ ਹੈ, ਕਾਂ ਕੌੜਾ ਬੋਲਦਾ। ਮੋਰ ਦੀਆਂ ਆਵਾਜ਼ਾਂ ਸੁੰਦਰ ਲੱਗਦੀਆਂ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਸਾਡੇ ਜੀਵਾਂ ਦੇ ਪਰਥਾਏ ਅਸਲ ਦੇ ਵਿੱਚ ਸ਼ਬਦ ਉਚਾਰੇ ਹੈ। ਸੰਸਾਰ ਇੱਕ ਬਿਰਛ ਹੈ, ਆਪਾਂ ਇਸ 'ਤੇ ਬੈਠੇ ਪੰਛੀ ਹਾਂ, ਜੀਵ ਜੰਤੂ ਹਾਂ। ਸਾਡਾ ਸਭ ਦਾ ਸੁਭਾਅ ਅਲੱਗ-ਅਲੱਗ ਹੈ, ਜਿਵੇਂ ਪੰਛੀਆਂ ਦਾ, ਪਸ਼ੂਆਂ ਦਾ ਸੁਭਾਅ ਅਲੱਗ-ਅਲੱਗ ਹੈ। ਇਹ ਕਿਉਂ ਆ? ਇਹਦਾ ਕਾਰਨ ਇਹ ਹੈ ਕਿ ਸਾਡੀ ਜੀਵ ਆਤਮਾ ਇਹਨਾਂ ਸਰੀਰਾਂ ਵਿੱਚੋਂ ਲੰਘ ਕੇ ਆਈ ਹੈ, ਅਤੇ ਜਿਹੜੇ ਸਰੀਰ ਵਿੱਚੋਂ ਇਹ ਜੀਵ ਆਤਮਾ ਲੰਘ ਕੇ ਆਈ ਹੈ, ਉਹਦਾ ਸੁਭਾਅ ਚੱਕ ਲਿਆਈ। ਜਿਵੇਂ ਆ ਸਾਰਾ ਦਿਨ ਘੁੰਮਣ ਦੇ ਨਾਲ ਸਾਡੇ ਕੱਪੜੇ ਨਾਲ ਜਿੱਥੋਂ ਲੰਘਦੀਆਂ ਮੈਲ ਲੱਗ ਜਾਂਦੀ ਆ। ਜਿਹੋ ਜਿਹੀ ਥਾਂ ਤੋਂ ਲੰਘੇ ਉੱਥੋਂ ਮੈਲ ਚੱਕ ਲਈ ਸਾਡੇ ਵਸਤਰਾਂ ਨੇ, ਆਥਣ ਤੱਕ ਕੇ ਮੈਲੇ ਹੋ ਜਾਂਦੇ ਆ। ਇਸੇ ਤਰ੍ਹਾਂ ਹੀ ਸਾਡੇ ਸੁਰਤ ਜਿਹੜੀ ਹੈ, ਸਾਡੀ ਜੀਵ ਆਤਮਾ, ਸਾਡਾ ਮਨ, ਸਾਡੀ ਸੋਚ, ਜਦੋਂ ਆਪਾਂ ਟੇਢੀਆਂ ਜੂਨਾਂ ਵਿੱਚੋਂ ਲੰਘੇ ਤੇ ਉਹਨਾਂ ਦਾ ਸੁਭਾਅ ਚੱਕ ਲਿਆਂਦਾ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਅਤੇ ਹੁਣ ਸਾਨੂੰ ਮਨੁੱਖ ਬਣਾਇਆ ਅਤੇ ਨਾਲ ਹੀ ਗਿਆਨ ਵੀ ਬਖਸ਼ਿਆ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਏ ਦੇਹ ਸੰਜਰੀਆ। ਬੜੇ ਲੰਬੇ ਸਮੇਂ ਤੋਂ ਬਾਅਦ ਤੈਨੂੰ ਮਨੁੱਖ ਬਣਾਇਆ ਹੈ, ਹੁਣ ਤੂੰ ਪਰਮੇਸ਼ਰ ਨਾਲ ਮਿਲਣ ਦਾ ਸਮਾਂ ਬਣਾ। ਅਤੇ ਉਹ ਸਮਾਂ ਬਣਨਾ ਨਿਰਮਲ ਹੋ ਕੇ, ਕਿਉਂਕਿ ਪਰਮੇਸ਼ਰ ਨਿਰਮਲ ਹੈ। ਉਹਦੇ ਵਰਗੇ ਬਣਨਾ ਪੈਣਾ। ਉਹਦੇ ਵਰਗੇ ਬਣਨ ਵਾਸਤੇ ਉਹਦੇ ਗੁਣਾਂ ਨੂੰ ਗ੍ਰਹਿਣ ਕਰਨਾ ਪੈਣਾ, ਆਪਣੇ ਔਗਣ ਛੱਡਣੇ ਪੈਣੇ। ਜਿਸ ਵੇਲੇ ਸਾਬਣ ਅਤੇ ਪਾਣੀ ਲੈ ਕੇ ਬਸਤਰ ਨੂੰ ਧੋਨੇ ਹਾਂ ਅਤੇ ਆਟੋਮੈਟਿਕ ਹੀ ਉਹਦੇ ਵਿੱਚੋਂ ਜਿਹੜੀ ਮੈਲ ਰੂਪੀ ਔਗਣ ਆ ਉਹ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਅਤੇ ਜਿਹੜਾ ਸਾਡਾ ਜੀਵਨ ਹੈ ਉਹ ਬਸਤਰ ਜਿਵੇਂ ਕੱਪੜਾ ਹੋ ਜਾਂਦਾ ਹੈ ਸਾਫ, ਉਸੇ ਤਰ੍ਹਾਂ ਹੀ ਸਾਡਾ ਜੀਵਨ ਵੀ ਰੰਗ ਲਾਗਤ 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 ਹੈ। ਜੀ ਰੋਜ਼ਾਨਾ ਬਾਣੀ ਪੜ੍ਹੀ ਜਾਈਏ। ਇੱਕ ਤਾਂ ਹੁੰਦਾ ਬਸ ਪੜ੍ਹ ਲਿਆ ਛੱਡਤਾ, ਪਰ ਸਤਿਗੁਰੂ ਕਹਿੰਦੇ ਪੜ੍ਹੋ ਅਤੇ ਵਿਚਾਰੋ। ਪੜ੍ਹੋ ਜਾਂ ਸੁਣੋ, ਦੋਨੇ ਗੱਲਾਂ ਲਿਖੀਆਂ ਬਾਣੀ ਵਿੱਚ। ਸੁਣਿਆ ਮੰਨਿਆ ਮਨ ਕੀਤਾ ਪਾਓ। ਪੜ੍ਹ ਕੇ ਜਾਂ ਸੁਣ ਕੇ ਇਸ ਬਾਣੀ ਨੂੰ ਸਮਝਿਆ ਅਤੇ ਸਮਝ ਕੇ ਆਪਣੇ ਹਿਰਦੇ ਵਿੱਚ ਵਸਾਇਆ, ਫਿਰ ਉਵੇਂ ਜੀਵਨ ਜਿਉਣ ਦੀ ਕੋਸ਼ਿਸ਼ ਕੀਤੀ, ਫਿਰ ਬਦਲਾਅ ਆਵੇਗਾ। ਜਿਸ ਤਰ੍ਹਾਂ
ਭੂਮੀਏ ਚੋਰ ਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਚੋਰੀ ਛੱਡ ਦੇ। ਉਹ ਕਹਿੰਦਾ ਜੀ ਚੋਰੀ ਤਾਂ ਨਹੀਂ ਛੁੱਟਣੀ, ਆਦਤ ਪੈ ਗਈ ਆ। ਕਹਿੰਦੇ ਚੱਲ ਫਿਰ ਤੂੰ ਸਾਡੇ 3 ਬਚਨ ਮੰਨ ਲਾ ਵੀ ਗਰੀਬ ਮਾਰ ਨਾ ਕਰੀ, ਕਿਸੇ ਦਾ ਨੂਣ ਖਾ ਕੇ ਹਰਾਮ ਨਾ ਕਰੀ ਅਤੇ ਝੂਠ ਨਾ ਬੋਲੀ। ਇਹ 3 ਗੱਲਾਂ ਤਾਂ ਮੰਨੇਗਾ? ਕਹਿੰਦੇ ਜੀ ਹਾਂ ਇਹ ਮੰਨ ਲੂੰਗਾ। ਤੇ ਉਸ ਨੇ ਅਗਲੀ ਚੋਰੀ ਕਰਨ ਵੇਲੇ ਇਹ 3 ਗੱਲਾਂ ਨੋਟ ਕੀਤੀਆਂ ਬਈ ਗਰੀਬ ਮਾਰ ਨਹੀਂ ਕਰਨੀ, ਆਪਾਂ ਰਾਜੇ ਦੇ ਕਰ ਲੈਂਦੇ ਹਾਂ। ਰਾਜਾ ਕਿਹੜਾ ਗਰੀਬ ਆ? ਉਹਦੇ ਘਰੇ ਚੋਰੀ ਕਰਨ ਲੱਗਿਆ, ਕਿਸੇ ਲੂਣ ਵਾਲੀ ਚੂਰਨ ਵਾਲੀ ਪਲੇਟ 'ਚ ਹੱਥ ਵੱਜਿਆ ਤਾਂ ਉਹ ਉਂਗਲ ਕੁਦਰਤੀ ਮੂੰਹ ਨੂੰ ਲੱਗ ਗਈ। ਕੋਈ ਚਾਨਚੱਕ ਹੋ ਜਾਂਦਾ ਇੱਦਾਂ, ਹੱਥ 'ਤੇ ਕੁਝ ਭੁਰਭੁਰਾ ਲੱਗਿਆ, ਉਹ ਉਂਗਲ ਮੂੰਹ ਨੂੰ ਲਾ ਬੈਠਾ। ਉਹ ਲੂਣ ਸੀ ਜਾਂ ਚੂਰਨ ਸੀ, ਉਹਦੇ ਵਿੱਚ ਲੂਣ ਸੀ। ਉੱਥੇ ਹੀ ਉਹ ਬਾਬੇ ਨਾਨਕ ਦਾ ਬਚਨ ਯਾਦ ਕਰਕੇ ਵੀ ਲੂਣ ਹਰਾਮ ਨਹੀਂ ਕਰਨਾ, ਕੀਤੀ ਹੋਈ ਚੋਰੀ ਬੰਨੀ ਹੋਈ ਪੰਡ ਸਮਾਨ ਦੀ ਛੱਡ ਗਿਆ। ਜਦੋਂ ਪਹਿਰਾ ਤਰਾਣ ਕੋਲ ਟੱਪਣ ਲੱਗਿਆ, ਉਹ ਕਹਿੰਦੇ ਕੌਣ ਹੈ ਤੂੰ? ਕਹਿੰਦਾ ਮੈਂ ਚੋਰ ਹਾਂ। ਫਿਰ ਕਹਿੰਦੇ ਨਹੀਂ ਭਾਈ ਸਾਹਿਬ, ਸਾਡਾ ਡਿਊਟੀ ਹੈ ਪੁੱਛਣਾ, ਚੋਰ ਤਾਂ ਲੱਗਦੇ ਨਹੀਂ ਤੁਸੀਂ, ਚੰਗਾ ਛੂਟੜ ਬੂਟੜ ਵਧੀਆ ਕੱਪੜੇ ਪਾ ਕੇ ਗਿਆ ਸੀ ਤੂੰ। ਇਸ ਕਰਕੇ ਗੁਰੂ ਪਿਆਰਿਓ, ਜਿਵੇਂ ਭੂਮੀਏ ਚੋਰ ਨੇ ਚੋਰੀ ਕਰਦੇ ਹੋਏ ਵੀ ਗੁਰੂ ਦੇ ਬਚਨਾਂ ਨੂੰ ਯਾਦ ਰੱਖਿਆ ਤੇ ਉਦੋਂ ਬਾਅਦ ਉਹਨੂੰ ਚੋਰੀ ਕਰਨ ਦੀ ਲੋੜ ਨਹੀਂ ਪਈ। ਰਾਜੇ ਨੂੰ ਜਦ ਪਤਾ ਲੱਗਿਆ ਵੀ ਇਹ ਬੰਦਾ ਇੱਦਾਂ ਦਾ ਹੈ ਤੇ ਉਹਨੇ ਉਸ ਭੂਮੀਏ ਚੋਰ ਨੂੰ ਆਪਣਾ ਵਜ਼ੀਰ ਬਣਾ ਲਿਆ। ਇਸ ਕਰਕੇ ਬਾਣੀ ਕੀ ਕਹਿੰਦੀ ਆ? ਨਿਰਮਲ ਬਾਣੀ ਹਰਸਾ ਲਾਹੀ। ਆਪਣੀ ਸੁਰਤ ਨੂੰ ਸਾਫ਼ ਕਰਕੇ, ਨਿਰਮਲ ਕਰਕੇ ਹਰੀ ਨੂੰ ਸਿਫਤ ਸਲਾਹ ਕਰੋ। ਜਪ ਹਰ ਨਿਰਮਲ ਮੈਲ ਗਵਾਵਣਿਆ, ਤਾਂ ਤੇਰੀਆਂ ਰਹਿੰਦੀਆਂ ਮੈਲਾਂ ਵੀ ਲੱਥ ਜਾਣਗੀਆਂ। ਹਉ ਵਾਰੀ ਜੀਓ ਵਾਰੀ ਮੈਂ ਬਲਿਹਾਰੇ ਜਾਵਾਂ, ਵਾਰ ਵਾਰ ਬਲਿਹਾਰੇ ਜਾਵਾਂ। ਸੁਖ ਦਾਤਾ ਮਨ ਵਸਾਵਣਿਆ, ਜਿਨ੍ਹਾਂ ਨੇ ਉਸ ਪਰਿਪੂਰਨ ਪਰਮੇਸ਼ਰ ਸੁਖ ਦੇਣ ਵਾਲੇ ਸੱਚ ਨੂੰ ਹਿਰਦੇ ਵਿੱਚ ਵਸਾ ਲਿਆ। ਸੁਖ ਕਾਹਦੇ ਵਿੱਚ ਹੈ? ਗ੍ਰਸਤੀ ਲੋਕ ਵੀ ਦੁਖੀ ਆ ਤੇ ਜੋਗੀ ਜੰਗਲਾਂ ਵਿੱਚ ਜਾ ਕੇ ਜਿਹੜੇ ਬਹਿ ਗਏ ਉਹ ਵੀ ਦੁਖੀ ਆ। ਤੇ ਕਿਸੇ ਸਿਆਣੇ ਦੱਸਿਆ ਵੀ ਇਹ ਦੋਨੇ ਦੁਖੀ ਆ। ਇਹਨਾਂ ਜੋਗੀਆਂ ਨੇ ਇੱਕ ਰੀਤ ਚਲਾਤੀ, ਕਹਿੰਦੇ ਗ੍ਰਸਤੀ ਜੀਵਨ ਨਰਕਾਂ ਦਾ ਘਰ ਹੈ ਬਈ, ਆਪ ਦਾ ਆਨੰਦ ਲਓ, ਜੰਗਲਾਂ ਵਿੱਚ ਰਹਿ ਕੇ ਨਾਮ ਜਪੋ। ਪਰ ਜਦੋਂ ਉਹਨਾਂ ਨੂੰ ਭੁੱਖ ਲੱਗੀ, ਰੋਟੀ ਮੰਗਣ ਗ੍ਰਸਤੀਆਂ ਕੋਲੋਂ ਆਏ, ਵਸਤਰਾਂ ਦੀ ਲੋੜ ਪਈ ਤੇ ਕੱਪੜਾ ਗ੍ਰਸਤੀਆਂ ਤੋਂ ਮਿਲਿਆ। ਤਾਂ ਫਿਰ ਗੁਰੂ ਪਿਆਰਿਓ ਕੀ ਹੋਇਆ? ਇਹ ਵੀ ਦੁਖੀ ਹੋ ਗਏ। ਤੇ ਸਿਆਣੇ ਨੇ ਕਿਹਾ ਵੀ ਨਾ ਤਾਂ ਸੁੱਖ ਗ੍ਰਸਤੀ ਜੀਵਨ 'ਚ ਹੈ ਤੇ ਨਾ ਹੀ ਸੁੱਖ ਛੱਡਣ ਵਿੱਚ ਹੈ। ਫਿਰ ਕਾਹਦੇ ਵਿੱਚ ਹੈ? ਦੋਨਾਂ ਵਿੱਚ ਹੀ ਸੁੱਖ ਹੈਗਾ। ਉਹ ਕਿਵੇਂ ਮਿਲ ਸਕਦਾ ਹੈ? ਤਾਂ ਸਿਆਣੇ ਮਨੁੱਖ ਕਹਿੰਦੇ ਹਨ, ਸਤਿਗੁਰੂ ਕਹਿੰਦੇ ਹਨ, ਨਾ ਸੁੱਖ ਵਿੱਚ ਗ੍ਰਸਤ ਦੇ, ਨਾ ਸੁੱਖ ਛੱਡ ਗਿਆ, ਸੁੱਖ ਹੈ ਵਿੱਚ ਵਿਚਾਰ ਦੇ ਸਤਿਗੁਰ ਸ਼ਰਨ ਪਿਆ। ਜੇ ਗ੍ਰਸਤੀ ਜੀਵਨ ਨੂੰ ਗਿਆਨ ਨਾਲ ਬਤੀਤ ਕਰੀਏ, ਜੇ ਸਾਡੀ ਆਮਦਨ 100 ਰੁਪਈਆ ਹੈ ਤੇ ਖਰਚਾ 150 ਕਰਾਂਗੇ ਰੋਜ਼ ਦਾ, ਫਿਰ ਕਿੱਥੋਂ ਸੁੱਖ ਆਊਗਾ ਵੀ? ਇਸੇ ਕਰਕੇ ਗੁਰੂ ਪਿਆਰੋ, ਗ੍ਰਸਤੀ ਜੀਵਨ ਵਿੱਚ ਵੀ ਸੁੱਖ ਹੈਗਾ ਜੇ ਗਿਆਨ ਦੇ ਨਾਲ ਬਤੀਤ ਕਰੀਏ। ਯੋਗ ਸਾਧਨਾ ਵਿੱਚ ਵੀ ਸੁੱਖ ਹੈ ਜੇ ਗਿਆਨ ਨਾਲ ਬਤੀਤ ਕਰੀਏ। ਹੁਣ ਘਰੋਂ ਨਿਕਲੇ ਸਨ ਯੋਗ ਪਾਉਣ ਵਾਸਤੇ ਬੇਅੰਤ ਸਾਧ, ਔਰ ਗਾਂ ਅੱਗੇ ਜਾ ਕੇ ਕਿਤੇ ਜੰਗਲ ਵਿੱਚ ਝੌਂਪੜੀ ਬਣੀ, ਫਿਰ ਛੋਟਾ ਡੇਰਾ ਬਣ ਗਿਆ, ਫਿਰ ਵੱਡਾ ਬਣ ਗਿਆ, ਆਸ਼ਰਮ ਬਣ ਗਿਆ, ਫਿਰ ਦੁਨੀਆ ਨਾਲ ਜੁੜਦੀ ਗਈ, ਲੱਖਾਂ ਦੀ ਗਿਣਤੀ ਵਿੱਚ ਦੁਨੀਆ ਨਾਲ ਜੁੜ ਗਈ। ਉਸ ਮਨੁੱਖ ਨੂੰ ਰੱਬ ਪਾਉਣ ਦਾ ਖਿਆਲ ਤਾਂ ਭੁੱਲ ਗਿਆ, ਉਹ ਡੇਰੇ ਦੇ ਸਮਾਨ ਨਾਲ ਜੁੜ ਗਿਆ। ਕੋਈ ਸਤਨਾਮ ਸੀ, ਬਾਬਾ ਜੀ ਹੋਣ ਲੱਗੀ, ਜਨਤਾ ਨਾਲ ਜੁੜ ਗਿਆ, ਜਨਤਾ ਦੇ ਨਾਲ ਜੁੜਦਾ ਰਾਜਨੀਤੀ 'ਚ ਆ ਗਿਆ, ਵੋਟਾਂ ਵੱਧ ਗਈਆਂ, ਤਾਂ ਜੋ ਜੇਲ੍ਹਾਂ 'ਚ ਬੈਠੇ ਆ। ਕੋਈ ਸਤਨਾਮ ਸੀ। ਕਾਰਨ ਗਿਆਨ ਤੋਂ ਬਗੈਰ ਜਿਹੜਾ ਜੀਵਨ ਹੈ ਉਹ ਦੁਖੀ ਹੈ। ਜੇ ਗਿਆਨ ਹੋਵੇ ਤੇ ਘਰੇ ਵੀ ਸੁੱਖ ਹੈ ਤੇ ਬਾਹਰ ਵੀ ਸੁੱਖ ਹੈ। ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦਿੜਾਇਆ। ਗੁਰੂ ਨੇ ਸਾਨੂੰ ਇਹ ਗਿਆਨ ਦਿੱਤਾ ਵੀ ਗਿਆਨ ਦੇ ਨਾਲ ਹੀ ਸੁੱਖ ਮਿਲ ਸਕਦਾ। ਅਗਿਆਨਤਾ ਵਿੱਚ ਤਾਂ ਮਨੁੱਖ ਸੁੱਖ ਨੂੰ ਵੀ ਦੁੱਖ ਬਣਾ ਲੈਂਦਾ। ਪ੍ਰਸ਼ਾਦਾ ਭੁੱਖ ਮੇਟਦਾ, ਪਰ ਜੇ ਕੋਈ ਉਹਨੂੰ ਅਗਿਆਨਤਾ ਵਸ ਖਾਈ ਜਾਵੇ ਤੇ ਫਿਰ ਉਹ ਵੀ ਦੁਖਦਾਈ ਬਣ ਜਾਣਾ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਓ ਆਪਣੀ ਸੁਰਤ ਨੂੰ, ਸੋਚ ਨੂੰ ਸਾਫ਼ ਕਰਕੇ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੀ ਸਿਫਤ ਸਲਾਹ ਕਰੀਏ। ਨਿਰਮਲ ਬਾਣੀ ਹਰਸਾ ਲਾਹੀ,
ਜਪ ਹਰ ਨਿਰਮਲ ਮੈਲ ਗਵਾਵਣਿਆ। ਤਾਂ ਤੇਰੇ ਦਿਮਾਗ ਦੇ ਵਿੱਚੋਂ ਜਿਹੜੀਆਂ ਮਾੜੀਆਂ ਸੋਚਾਂ ਦੀ ਮੈਲ ਲੱਗੀ ਆ, ਈਰਖਾ ਦੋਈ ਦਵੈਤ ਵੈਰ ਭਾਵਨਾ ਦੀ, ਲੋਭ ਲਾਲਚ ਦੀ, ਜਿਵੇਂ ਸਰਕਾਰਾਂ ਨੂੰ ਲੋਭ ਲਾਲਚ ਦੀ ਮੈਲ ਲੱਗ ਚੁੱਕੀ ਆ, ਜਨਤਾ ਨੂੰ ਦੁਖੀ ਕਰ ਰਹੇ ਆ, ਆਪ ਵੀ ਦੁਖੀ ਆ, ਪਰ ਉਹ ਲੋਭ ਨੂੰ ਛੱਡ ਨਹੀਂ ਸਕਦੇ। ਜਿਸ ਤਰ੍ਹਾਂ ਦੋ ਮਨੁੱਖ ਜਾ ਰਹੇ ਸੀ ਨਦੀ ਦੇ ਕਿਨਾਰੇ ਕਿਨਾਰੇ, ਉਹਨਾਂ ਨੇ ਕੀ ਦੇਖਿਆ ਕਿ ਨਦੀ ਦੇ ਵਿੱਚ ਕੋਈ ਕਾਲੇ ਰੰਗ ਦੀ ਚੀਜ਼ ਜਾ ਰਹੀ ਆ, ਤੇ ਇੱਕ ਲਾਲਚੀ ਬੰਦਾ ਸੀ, ਉਹ ਕਹਿਣ ਲੱਗਿਆ ਵੀ ਯਾਰ ਮੈਂ ਕੱਢ ਕੇ ਲਿਆਵਾਂ, ਮੈਨੂੰ ਲੱਗਦਾ ਕੰਬਲ ਹੈ, ਬੜਾ ਸੋਹਣਾ ਕਾਲੇ ਰੰਗ ਦਾ ਕੰਬਲ ਰੁੜਿਆ ਜਾ ਰਿਹਾ, ਮੈਂ ਕੱਢ ਕੇ ਲਿਆਉਣਾ। ਤੇ ਇੰਨਾ ਕਹਿ ਕੇ ਛਾਲ ਮਾਰੀ ਨਦੀ 'ਚ, ਜਾ ਕੇ ਉਹਨੂੰ ਜੱਫਾ ਮਾਰ ਲਿਆ। ਅਸਲ ਵਿੱਚ ਉਹ ਕੰਬਲ ਨਹੀਂ ਸੀ, ਉਹ ਰਿੱਛ ਸੀਗਾ। ਉਹ ਪਾਣੀ ਦੇ ਵਿੱਚ ਤੈਰਦਾ ਜਾ ਰਿਹਾ ਸੀਗਾ ਆਪਦੀ ਮੌਜ ਵਿੱਚ। ਜਦੋਂ ਇਹਨੇ ਕੰਬਲ ਸਮਝ ਕੇ, ਅਗਿਆਨਤਾ ਵਸ ਨਾ ਵੀ ਇਹ ਕੰਬਲ ਹੈ, ਅਗਿਆਨਤਾ ਵਸ ਜਾ ਕੇ ਜੱਫਾ ਮਾਰਿਆ ਤੇ ਰਿੱਛ ਨੇ ਇਹਨੂੰ ਜੱਫਾ ਮਾਰ ਲਿਆ। ਕੋਈ ਸਤਨਾਮ ਸ੍ਰੀ। ਹੁਣ ਬਾਹਰ ਕਿਵੇਂ ਨਿਕਲੇ? ਜੇ ਲਾਲਚ ਨਾ ਹੁੰਦਾ ਦੂਜਾ ਵੀ ਤੁਰਿਆ ਜਾਂਦਾ ਸੀ, ਵੀ ਤੁਰਿਆ ਜਾਂਦਾ, ਪਰ ਆਪੇ ਫਸਿਆ ਅਗਿਆਨਤਾ ਵਸ। ਸੁੱਖ ਹੈ ਵਿੱਚ ਗਿਆਨ ਦੇ, ਸਤਿਗੁਰ ਸ਼ਰਨ ਪਿਆ। ਹੁਣ ਬਾਹਰਲਾ ਕਹਿੰਦਾ ਆ ਜਾ, ਕੱਢ ਲਿਆ ਹੁਣ ਕੰਬਲ ਨੂੰ। ਕਹਿੰਦਾ ਕਿਵੇਂ ਕੱਢਾਂ? ਕਹਿੰਦਾ ਨਹੀਂ ਨਿਕਲਦਾ ਤਾਂ ਛੱਡ ਦੇ। ਕਹਿੰਦਾ ਮੈਂ ਤਾਂ ਛੱਡ ਦਿਆਂ, ਹੁਣ ਇਹ ਨਹੀਂ ਮੈਨੂੰ ਛੱਡਦਾ, ਕਿਉਂਕਿ ਹੋਰ ਕੰਬਲ ਨਹੀਂ, ਰਿੱਛ ਹੈ। ਕਹਿੰਦਾ ਹੁਣ ਇਹ ਨਹੀਂ ਮੈਨੂੰ ਛੱਡਦਾ। ਇਸ ਤਰ੍ਹਾਂ ਲੋਭ ਲਾਲਚੀ ਬੰਦਾ ਜਿਹੜਾ ਹੈ, ਆਪਦੇ ਲਾਲਚ ਕਰਕੇ ਫਸ ਜਾਂਦਾ ਕਈ ਵਾਰੀ। ਕਹੋ ਸਤਨਾਮ ਸ੍ਰੀ। ਤਾਂ ਸੁੱਖ ਹੈ ਵਿੱਚ ਗਿਆਨ ਦੇ, ਨਿਰਮਲ ਬਾਣੀ ਹਰ ਸਾਲਾਹੀ, ਜਪ ਹਰ ਨਿਰਮਲ ਮੈਲ ਗਵਾਵਣਿਆ। ਹਉ ਵਾਰੀ ਜੀਓ ਵਾਰੀ, ਸੁਖਦਾਤਾ ਮਨ ਵਸਾਵਣਿਆ। ਤੇ ਜਿਹੜੀ ਗੁਰਬਾਣੀ ਹੈ ਨਾ, ਇਹ ਇਕੱਲੇ ਸਹਿਜ ਪਾਠ ਅਖੰਡ ਪਾਠ ਕਰਨ ਕਰਾਉਣ ਵਾਸਤੇ ਨਹੀਂ, ਇਹ ਤਾਂ ਸਾਡੇ ਜੀਵਨ ਦੀ ਜਾਂਚ ਹੈ ਇਹਦੇ ਵਿੱਚ। ਕਹੋ ਸਤਨਾਮ। ਜੇ ਕੋਈ ਇਸ ਨੂੰ ਪੜ੍ਹ ਕੇ ਵਿਚਾਰੇ ਤੇ ਵਿਚਾਰ ਕੇ ਜੀਵਨ ਵਿੱਚ ਢਾਲੇ, ਜੀਵਨ ਨੂੰ ਬਦਲੇ, ਗੁਰਬਾਣੀ ਮੁਤਾਬਕ ਚਲਾ ਲਵੇ, ਤੇ ਜ਼ਰੂਰ ਉਹ ਦੁਖੀਆ ਬੰਦਾ ਸੁਖੀ ਹੋ ਸਕਦਾ। ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਸਤ ਕਟੰਬ ਪਲੇਟਿਆ ਕਦੇ ਹਰ ਕਦੇ ਸੋਗ। ਗੌਣ ਕਰੇ ਚਾਹੁ ਕੁੰਟਕਾ, ਘੜੀ ਨਾ ਬੈਸਨ ਸੋਏ। ਚਿੱਤ ਆਵੈ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਦੇਖੋ ਕਿੰਨਾ ਸੁੱਖ ਆਇਆ। ਕਹਿੰਦੇ ਜਿਹਨੂੰ ਬਹੁਤ ਚਿੰਤਾ ਹੋਵੇ, ਸਰੀਰ ਦੁਖੀ ਹੋਵੇ, ਔਰ ਗ੍ਰਸਤੀ ਜੀਵਨ ਦੇ ਵਿੱਚ ਬੜਾ ਦੁਖੀ ਹੋਵੇ, ਵਧੀਆ ਨਾ ਚੱਲ ਰਿਹਾ ਹੋਵੇ, ਕਦੇ ਖੁਸ਼ੀ ਕਦੇ ਗਮੀ, ਸਰੀਰ ਦੁਖੀ ਹੋਵੇ, ਕਦੇ ਹਰ ਕਦੇ ਸੋਗ, ਔਰ ਇੱਥੋਂ ਤੱਕ ਕਿ ਚਾਰਾਂ ਕੁੰਟਾਂ ਦਾ ਗੌਣ ਕਰਕੇ ਵੀ ਸੁੱਖ ਲਿਆਉਣ ਦੀ ਕੋਸ਼ਿਸ਼ ਕਰੇ। ਜਿਵੇਂ ਆਪਾਂ ਆਪਣੇ ਬੱਚੇ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਕਾਹਦੇ ਵਾਸਤੇ ਜਾਂਦੇ ਆ? ਸੁੱਖ ਲਿਆਉਣ ਵਾਸਤੇ। ਪਰ ਸੋਸ਼ਲ ਮੀਡੀਆ ਦਾ ਯੁੱਗ ਹੈ, ਅਤੇ ਆਪਾਂ ਕਈ ਵਾਰੀ ਕਿਹੋ ਜਿਹੀਆਂ ਵੀਡੀਓ ਦੇਖਦੇ ਹਾਂ, ਬੱਚਾ ਭੇਜਿਆ ਤਾਂ ਸੁੱਖ ਲੈਣ ਵਾਸਤੇ ਸੀ, ਉੱਥੇ ਜਾ ਕੇ ਗੁਜ਼ਰ ਗਿਆ। ਕਹੋ ਸਤਨਾਮ ਸੀ। ਘਟਨਾ ਘਟ ਗਈ ਕੋਈ, ਅਤੇ ਉਹ ਮਾਂ ਪਿਓ ਪਿੱਛੋਂ ਫਿਰ ਕੀ ਕਹਿੰਦੇ ਆ ਵੀ ਇਦੋਂ ਤਾਂ ਇੱਥੇ ਠੀਕ ਸੀ। ਭਾਵ ਅਗਿਆਨਤਾ ਵਸ ਮਹਿ ਮਿਲਣਾ ਤਾਂ ਕਰਮਾਂ ਦਾ ਫਲ ਹੀ ਹੈ ਮਨੁੱਖ ਨੂੰ, ਕਿਉਂਕਿ ਕੋਸ਼ਿਸ਼ ਤਾਂ ਕੋਈ ਵੀ ਜਿਹੜਾ ਕਰਦਾ ਹੈ ਆਪਣੇ ਸੁੱਖ ਵਾਸਤੇ ਕਰਦਾ ਹੈ, ਪਰ ਅੱਗੇ ਪਰਮੇਸ਼ਰ ਨੇ ਜੋ ਦੇਣਾ ਹੈ ਇਹ ਉਸ ਨੂੰ ਪਤਾ ਹੈ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਗੌਣ ਕਰੇ ਚਾਹੋ ਕੁੰਟਕਾ। ਕੋਈ ਚਾਰਾਂ ਕੁੰਟਾਂ ਦਾ ਵੀ ਗੇੜਾ ਲਾ ਲਵੇ, ਗੌਣ ਕਰ ਲਵੇ, ਘੜੀ ਨਾ ਬੈਸਣ ਸੋਏ, ਇੱਕ ਮਿੰਟ ਵੀ ਨਾ ਟਿਕੇ। ਆ ਦੇਖੋ ਨਾ, ਬਾਹਰ ਜਾ ਕੇ 24-24 ਘੰਟੇ ਵੀ ਕੰਮ ਕਰਦੇ ਆ, 16-16 ਘੰਟੇ ਵੀ ਕੰਮ ਕਰਦੇ ਆ, ਓਵਰ ਟਾਈਮ ਵੀ ਲਾਉਂਦੇ ਆ ਵੀ ਪੈਸੇ ਬਹੁਤ ਹੋਣਗੇ, ਫਿਰ ਬੈਠ ਕੇ ਆਰਾਮ ਕਰਾਂਗੇ। ਇੱਕ ਵਾਰ ਇੱਕ ਰਾਜਾ ਇੱਕ ਫਕੀਰ ਕੋਲੋਂ ਜਾ ਰਹੇ ਆ ਪਾਤਸ਼ਾਹ, ਉਹ ਰਾਜੇ ਨੂੰ ਪੁੱਛਦਾ ਫਕੀਰ ਵੀ ਕਿੱਥੇ ਚੱਲੇ ਆ? ਕਹਿੰਦਾ ਦੂਜੇ ਦੇਸ਼ ਨੂੰ ਜਿੱਤਣ ਵਾਸਤੇ। ਕਹਿੰਦੇ ਫਿਰ ਕੀ ਕਰੇਗਾ? ਕਹਿੰਦਾ ਫਿਰ ਸਾਡੀ ਆਮਦਨ ਵੱਧ ਜੂ। ਕਹਿੰਦੇ ਫਿਰ ਕੀ ਹੋਵੇਗਾ? ਕਹਿੰਦੇ ਫਿਰ ਅਸੀਂ ਆਰਾਮ ਨਾਲ ਸੁੱਖ ਨਾਲ ਸੌਵਾਂਗੇ। ਫਕੀਰ ਕਹਿੰਦਾ ਮੈਂ ਇੱਥੇ ਆਰਾਮ ਨਾਲ ਸੁੱਖਾ ਪਿਆ ਹੋਣੀ, ਤੂੰ ਜਾ ਕੇ ਇੰਨੇ ਲੋਕਾਂ ਨੂੰ ਮਾਰੇਗਾ। ਆਹ ਕਸ਼ਮੀਰ ਦੀ ਲੜਾਈ ਇਸੇ ਕਰਕੇ ਚੱਲਦੀ ਹੈ ਨਾ ਵੀ ਪਰਲਾ ਕਸ਼ਮੀਰ ਸਾਨੂੰ ਮਿਲ ਜੇ, ਉਹ ਕਹਿੰਦੇ ਇੱਧਰਲਾ ਸਾਨੂੰ ਮਿਲ ਜੇ, ਕਿਉਂਕਿ ਉੱਥੇ ਬਾਗਾਂ ਦੀ ਆਮਦਨ ਹੈ। ਤੋ ਇਸ ਕਰਕੇ ਲੜਾਈ ਜਿਹੜੀ ਹੈ ਇਹਦੇ ਵਿੱਚ ਕਿੰਨੇ ਨੌਜਵਾਨ, ਕਿੰਨੇ ਫੌਜੀ ਮਾਰੇ ਜਾ ਰਹੇ ਆ, ਕਿੰਨੀ ਜਨਤਾ ਮਾਰੀ ਜਾ ਰਹੀ ਹੈ। ਤਾਂ ਇਸ ਤਰ੍ਹਾਂ ਮਨੁੱਖ ਦੇ ਅੰਦਰ ਲਾਲਚ ਹੈ ਕਿ ਸ਼ਾਇਦ ਮੇਰੇ ਕੋਲ ਬਹੁਤ ਸਾਰਾ ਜਿੱਦਾਂ ਪੈਸਾ ਹੋ ਗਿਆ ਉੱਦਾਂ ਮੈਂ ਆਰਾਮ ਨਾਲ ਸੁੱਖ ਲਵਾਂਗਾ,
पर सतगुरु पातशाह कहते सुख है विच विचार दे सतगुर शरण पिया। असल में सुख तो ज्ञान दे विच है, सतगुरु की शरण विच आके है, क्योंकि सतगुरु ही ज्ञान बख्शेगा। ये गुरबाणी ज्ञान दाता है। इनू कर्म कांड ना बना लीए जिवें पहलां लोकां ने बना ले। ये कर्म कांड नहीं है, ये तो साडी जीवन जाच है। ये तो जे तुसीं चाहो तो घरे पोथियां रख के तो सहज पाठ आरंभ करो तो रोजाना एक अंग पढ़ो, विचार विचार के भावें 2 घंटिया एक अंग नूं पढ़ लो। कोई सतनाम, फिर पता लगेगा बाणी काहदे वास्ते सतगुर लिखी आ। मेरे प्रीतम जी कहंदे हर निर्मल गुर शब्द सलाही, शब्दों सुन तिसा मिटावनिया। उस हरि पवित्र परमेश्वर नूं निर्मल गुरु की संगत करके और गुरु के पवित्र बचनों को लैके जदों तुसीं गाओगे, पढ़ोगे, सुनोगे, विचारोगे तो तुहाड़ियां तिशां भाव त्रिखा भाव भज दौड़ भी खत्म हो जानी आ। गौन करे चौकुंट का घड़ी न वैसन सोए, चित्त आवे उस पार ब्रह्म तन मन शीतल होए। जदों ही उसनूं परमेश्वर याद आ गया तो उसका तन मन साफ हो जाना, शीतल शांत हो जाना। इस करके निर्मलता बड़ी जरूरी आ। तो निर्मलता असीं बाहरी तौर पर बहुत करते हैं, धर्मां दे मुताबक धार्मिक चिन्ह भी पहनते हैं, चाहे वह साडा गुरसिੱਖੀ वाला धर्म है, चाहे हिंदू धर्म है, चाहे मुसलमान धर्म है, सारे आपो अपने धर्म मुताबक बाहरी तौर पर निर्मलता पूरी करते हैं। पर सतगुरु तीजा इशनान अंदरला भी करन दी गल करते हैं। भरीए मत पापां कै संग धोपै ना आवे के रंग, ये भी जरूरी है। केवल तो केवल बाहरी तौर पर इशनान करके धोते कपड़े पा लेना, नवे कपड़े पा लेना, ये निर्मलता नहीं है। अंदरली निर्मलता भी जरूरी है। कई देशों के विच तां नहाउंदे बहुत घट है, वो पाउडर छिड़क लैंदे अंदरले पासे खुरक तो बचन वास्ते। तो खैर पातशाह जी कहते बाहरी तौर की गल नहीं, अंदरली गल भी है। 3 गल्लां कीतियां पातशाह जी ने। भरीए हथ पैर धन दे, पानी धोता है उतर सखे, मूत पलीती कपड़ होए दे साबून लईए वो धोए। भरीए मत पापा कै संग धोपै ना आवे के रंग। अंदरले पासे नूं भी देखना है, अंदरले पासे नूं धोण वास्ते बाणी आई है। भांडा हच्छा सोए जो तिस भाव सी, भांडा आत्मलीन धोता हच्छा ना होए सी। हुण इत्थे दूजी गल करदे आ पातशाह। तुहाडे घर विच कई तरह के बर्तन है, बीबियां नूं कोई ना कोई बर्तन बड़ा सोहना लगदा, सुंदर लगदा, उहनूं सौंभ साਂਭ साਂਭ के रखदी है। इस तरह साडा शरीर भी एक भांडा है। धन गुरु गोबिंद सिंह महाराज सामने एक नौजवान आके बैठदा रोज़, तो पातशाह उस पर किरपा दृष्टि पाउंदे आ, निगाह पाउंदे आ, कदे कदे वेख के मुस्करा भी पैंदे आ। वो बच्चा भी बड़ा खुश है भी गुरु साहब मेरे ते बड़ी किरपा करते हैं। कई बारी गल्लां करदे करदे विचारां करदे हस भी पैंदे, माड़े माड़े सतगुरु वेख के मुस्करा पैंदे। वो बच्चे नूं आए लगन लग्या मैं लगदा बहुत सोहना हाँ, इसे करके पातशाह मेरे वल बहुता वेखदे आ बैठे बैठे विचारां करदे करदे। एक दिन किते कुदरती उस ना घरे गया तो घरे शीशा देख रहा सी। शीशा वेखदे वेखदे उन्हें की देखा कि दाढ़ी दे विच एक चिट्टा वाल आ गया सी। कोई सतनाम श्री, वो चिट्टा वाल है ये कित्थों आ गया? एडी सोहना काला दाड़ा, लोग काली दाढ़ी करने की कोशिश करते हैं, वो चिट्टी होण नूं पैंदी आ, वो काली करदे, वो चक के लाल हो जाती है, मेहंदियां ला ला के, ना वो काली रहिंदी है ना चिट्टी रहिंदी है। कोई सतनाम श्री। तो उन्हें जब वेख्या वो चिट्टा बाल दाड़े विच आया, उन्हें चक्किया मोचना ਜਾਂ चूंडी भरी तो बाल पट के सिटता। कोई सतनाम श्री। जो दूजे दिन आके पातशाह के सामने बैठा तो पातशाह की निगाह पई, पातशाह ने उहदे वल वेखना बंद करता। कोई सतनाम श्री। झाकदे नहीं पातशाह, हुण इधर बैठा सीगा, उठ के थोड़ा टेढ़े होके पासा मार के इधर ਨੂੰ मूँह कर लिया। उन्हें कोशिश की भी अज की हो गया, पहला वर्गा मूड क्यों नहीं लगता पातशाह का? पहला तो बड़े वेख के मुस्कराते सी, मेरे किरपा दृष्टि करते सी। वो उठ के इधरों बैठा तो पातशाह ने पासा मार के इधर ਨੂੰ मूँह कर लिया। कहो सतनाम श्री। अखीर वो बच्चे तो रहा ना गया, बाद विच पुछ ही लिया महाराज अज की गल हो गई, अज तुसीं खुश ही नहीं बख्शे। कहने मैं की करा, तेरी गलती है। महाराज की गलती हो गई? कहने जिहड़ा दाड़े में चिट्टा वाल सी वो कित्थे आ? मर जो तो मैं पटता।
ਤੂੰ ਚਿੱਟੇ ਵਾਲ ਨੂੰ ਵੇਖ ਕੇ ਮੁਸਕਰਾਉਂਦੇ ਸੀ। ਕਹਿੰਦੇ ਨਹੀਂ, ਉਹ ਚਿੱਟੇ ਬਾਲ ਦੇ ਨਾਲ ਮੈਨੂੰ ਮੇਰਾ ਪਿਓ ਯਾਦ ਆਉਂਦਾ ਸੀ। ਕਹੋ ਸਤਿਨਾਮ। ਮੇਰੇ ਪਿਤਾ ਦੇ ਵੀ ਚਿੱਟੇ ਬਾਲ ਸੀ ਦਾੜੇ ਦੇ ਵਿੱਚ। ਕਹੋ ਸਤਿਨਾਮ ਸ੍ਰੀ। ਮੈਂ ਉਹ ਚਿੱਟਾ ਵਾਲ ਦੇਖ ਕੇ ਤੇਰੇ ਵਿੱਚੋਂ ਉਸ ਪਰਮੇਸ਼ਰ ਦੇ ਸਰੂਪ ਪਰ ਮੈਂ ਆਪਣੇ ਪਿਤਾ ਨੂੰ ਦੇਖਦਾ ਸੀਗਾ, ਤੇ ਚਿੱਟਾ ਵਾਲ ਕਿੱਥੇ ਹੈ? ਕਹਿੰਦਾ ਜੀ ਉਹ ਤਾਂ ਮੈਂ ਅੱਜ ਪੱਟਦਾ, ਮੈਂ ਸੋਚਿਆ ਭੈੜਾ ਲੱਗਦਾ। ਕਹਿੰਦੀ ਉਹੀ ਤਾਂ ਮੈਨੂੰ ਚੰਗਾ ਲੱਗਦਾ ਸੀ। ਕਹੋ ਸਤਿਨਾਮ ਸੀ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਸਾਡਾ ਉਸੇ ਦਾ ਹੀ ਜੀਵਨ ਵਧੀਆ ਜਿਹਦਾ ਗੁਰੂ ਨੂੰ ਭਾ ਗਿਆ। ਅਤੇ ਗੁਰੂ ਨੂੰ ਭਾਵਾਂਗੇ ਕਿਵੇਂ? ਗੁਰੂ ਨੂੰ ਪੁੱਛੀਏ ਉਹਨੂੰ, ਮਹਾਰਾਜ ਕਿਵੇਂ ਭਾਵਾਂਗੇ ਦੱਸ ਦਿਓ ਮਾੜਾ ਜਿਹਾ। ਅਤੇ ਗੁਰੂ ਤੀਜੇ ਪਾਤਸ਼ਾਹ ਹੀ ਦੱਸਦੇ ਆ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਭਾਈ। ਉਹੀ ਮੇਰਾ ਸਿੱਖ ਹੈ, ਉਹੀ ਮੇਰਾ ਸਕਾ ਹੈ, ਉਹੀ ਮੇਰਾ ਸੰਬੰਧੀ ਹੈ, ਜਿਹੜਾ ਮੇਰੇ ਅਨੁਸਾਰ ਚੱਲੂਗਾ। ਕਹੋ ਸਤਿਨਾਮ। ਸਿੱਧੀ ਗੱਲ ਆ। ਅਤੇ ਗੁਰੂ ਦੇ ਅਨੁਸਾਰ ਚੱਲ ਕੇ ਸਾਡਾ ਜੀਵਨ ਵਧੀਆ ਹੀ ਬਣਨਾ। ਕੋਈ ਗੁਰੂ ਮਾੜੀ ਸੰਗਤ ਨਹੀਂ ਦਿੰਦਾ ਗਾ। ਮਾੜੀ ਸੰਗਤ ਠੇਕੇ ਵਾਲਿਆਂ ਦੀ, ਜੂਏ ਵਾਲਿਆਂ ਦੀ ਹੈ। ਗੁਰੂ ਪਿਆਰੋ ਵਿਸ਼ੇ ਵਕਾਰੀਆਂ ਦੀ, ਉਹਨਾਂ ਦੀ ਸੰਗਤ ਨਹੀਂ ਕਰਨੀ। ਗੁਰੂ ਦੀ ਸੰਗਤ ਬਹੁਤ ਚੰਗੀ ਹੈ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਆਵੈ ਆਪਣੇ ਭਾਣੇ ਜੋ ਚੱਲੇ ਭਾਈ। ਜਿਹੜਾ ਆਪਦੀ ਮਨ ਮਰਜ਼ੀ ਕਰੇਗਾ, ਆਪਣੇ ਭਾਣੇ ਜੋ ਚੱਲੇ ਭਾਈ। ਵਿਛੜ ਚੋਟਾਂ ਖਾਵੈ ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ। ਫਿਰ ਪਛੋਤਾਵੈ। ਗੁਰੂ ਨੇ ਸਾਡਾ ਮਾਰਗ ਦਰਸ਼ਨ ਕਰਨਾ। ਦੇਖੋ ਬਚਪਨ ਵਿੱਚ ਮਾਂ ਨੇ ਮਾਰਗ ਦਰਸ਼ਨ ਕੀਤਾ, ਉਹ ਗੁਰੂ ਸੀ। ਗੁਰਦੇਵ ਮਾਤਾ ਸਭ ਤੋਂ ਪਹਿਲੀ ਮਾਂ ਗੁਰੂ ਹੈ। ਗੁਰਦੇਵ ਮਾਤਾ, ਫਿਰ ਗੁਰਦੇਵ ਪਿਤਾ। ਜਦੋਂ ਬੱਚਾ ਘਰੋਂ ਬਾਹਰ ਨਿਕਲਿਆ ਤੇ ਪਿਤਾ ਨੇ ਖਿਆਲ ਕੀਤਾ। ਫਿਰ ਮਾਸਟਰ ਗੁਰੂ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ। ਹਿੰਦੂ ਮਤ ਵਿੱਚ ਸੁਆਮੀ ਉਸਤਾਦ ਨੂੰ ਕਹਿੰਦੇ ਆ। ਕਹੋ ਸਤਿਨਾਮ ਸ੍ਰੀ। ਮਾਸਟਰ ਨੂੰ ਕਹਿੰਦੇ ਆ। ਫਿਰ ਅਸੀਂ ਉਹਨਾਂ ਕੋਲੇ ਗਏ ਜਿਨ੍ਹਾਂ ਤੋਂ ਕੰਮ ਸਿੱਖੇ ਪੜ੍ਹਾਈ ਲਈ। ਫਿਰ ਉਹ ਵੀ ਸਾਡੇ ਗੁਰੂ ਬਣੇ। ਦੇਖੋ ਕਿੰਨੇ ਥਾਵਾਂ 'ਤੇ ਆਪਾਂ ਨੂੰ ਗੁਰੂ ਦੀ ਲੋੜ ਪੈਂਦੀ ਆ। ਇਹਨਾਂ ਗੁਰੂਆਂ ਨੂੰ ਤਾਂ ਪ੍ਰਾਪਤ ਕਰਿਆ ਅਸੀਂ। ਪੜ੍ਹਾਈ ਵਾਸਤੇ ਉਸਤਾਦਾਂ ਮਾਸਟਰਾਂ ਕੋਲੇ, ਸਕੂਲਾਂ ਕਾਲਜਾਂ ਵਿੱਚ ਜਾਂਦੇ ਹਾਂ। ਪਰ ਜਿਹੜਾ ਚੌਥਾ ਗੁਰੂ ਆਹ ਪਰਮੇਸ਼ਰ ਰੂਪ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਇਸ ਗੁਰੂ ਦੇ ਨੇੜੇ ਕਦੋਂ ਆਉਣਾ? ਇਹਦੇ ਬਿਨਾਂ ਵੀ ਨਹੀਂ ਸਰਨਾਗਾ। ਜੇ ਤਿੰਨਾਂ ਦੀ ਲੋੜ ਹੈ ਤਾਂ ਚੌਥੇ ਦੀ ਵੀ ਲੋੜ ਹੈ। ਗੁਰਦੇਵ ਪਿਤਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ। ਗੁਰਦੇਵ ਸਖਾ ਗਿਆਨ ਭੰਜਨ। ਇਹ ਗੁਰੂ ਹੀ ਤੇਰਾ ਅਸਲੀ ਮਿੱਤਰ ਹੈ। ਸਖਾ ਕਹਿੰਦੇ ਆ ਮਿੱਤਰ ਨੂੰ, ਜਿਵੇਂ ਪਾਂਡਵ ਅਰਜਨ ਦਾ ਮਿੱਤਰ ਕ੍ਰਿਸ਼ਨ ਸੀਗਾ। ਕ੍ਰਿਸ਼ਨ ਮੌਕੇ ਦੇ ਅਵਤਾਰ ਵੀ ਹੈ, ਪਰ ਦੋਨੇ ਇੱਕ ਦੂਜੇ ਦੇ ਮਿੱਤਰ ਵੀ ਹੈ। ਜਿਵੇਂ ਬਾਬਾ ਜੀ ਅਤੇ ਭਾਈ ਮਰਦਾਨਾ ਜੀ ਦੋਨੇ ਗੁਰੂ ਚੇਲਾ ਵੀ ਹੈ ਅਤੇ ਮਿੱਤਰਾਂ ਵਾਂਗੂ ਵੀ ਰਹਿੰਦੇ ਆ। ਕਹੋ ਸਤਿਨਾਮ। ਗੁਰੂ ਸਖਾ ਅਗਿਆਨ ਭੰਜਨ, ਅਤੇ ਗੁਰੂ ਮਿੱਤਰ ਬਣ ਕੇ ਸਾਡੀ ਅਗਿਆਨਤਾ ਨੂੰ ਦੂਰ ਕਰਦਾ। ਜਿਵੇਂ ਸੁਦਾਮੇ ਅਤੇ ਕ੍ਰਿਸ਼ਨ ਦੀ ਦੋਸਤੀ ਸੀ, ਇਸੇ ਤਰ੍ਹਾਂ ਗੁਰੂ ਸਾਡੇ ਵਾਸਤੇ ਮਿੱਤਰ ਵੀ ਬਣਦਾ, ਗੁਰੂ ਪਿਓ ਵੀ ਬਣਦਾ, ਗੁਰੂ ਮਾਂ ਵੀ ਬਣਦਾ। ਗੁਰੂ ਸਾਡਾ ਮਾਰਗ ਦਰਸ਼ਨ ਹਰ ਪੱਖ ਤੋਂ ਕਰਦਾ। ਗੁਰੂ ਪਿਆਰੇ, ਗੁਰਦੇਵ ਬੰਧ ਪੁਸ਼ਪ ਹੋਦਰਾ। ਇਹ ਗੁਰੂ ਦੇ ਨਾਲ ਹੀ ਆਪਾਂ ਦੋਸਤੀ ਪਾਈਏ। ਗੁਰਦਾਵ ਸਖਾ ਵੀ ਹੈ, ਗੁਰਦੇਵ ਬੰਧ ਰਿਸ਼ਤੇਦਾਰ ਵੀ ਹੈ ਤੁਹਾਡਾ। ਗੁਰਦੇਵ ਤੁਹਾਡਾ ਭਰਾ ਵੀ ਹੈ। ਸਹੋਦਰ ਹੁੰਦਾ ਵੱਡਾ ਭਰਾ, ਇਹ ਗੁਰੂ ਵੱਡਾ ਭਰਾ ਵੀ ਬਣ ਜਾਂਦਾ। ਕਹੋ ਸਤਿਨਾਮ। ਗੁਰਦੇਵ ਬੰਧ ਸਹੋਦਰ। ਇਹ ਗੁਰੂ ਸਾਡੀ ਅਗਿਆਨਤਾ ਨੂੰ ਦੂਰ ਕਰਨ ਵਾਸਤੇ ਆਇਆ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਪ੍ਰੀਤਮ ਜੀ ਕਹਿੰਦੇ, ਹੋ ਵਾਰੀ ਜੀਓ ਵਾਰੀ ਸੁਖਦਾਤਾ, ਮਨ ਵਸਾਵਣਿਆ ਮੈਂ ਬਲਿਹਾਰੇ ਜਾਵਾਂ ਉਹਨਾਂ ਤੋਂ, ਜਿਹੜੇ ਐਸੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਆ। ਹਰ ਨਿਰਮਲ ਗੁਰ ਸ਼ਬਦ ਸਲਾਹੀ। ਆਓ ਗੁਰੂ ਦੇ ਕੋਲੋਂ ਪਵਿੱਤਰ ਸ਼ਬਦ ਲੈ ਕੇ। ਇਹ ਬਾਣੀ ਸਾਰੀ ਪਵਿੱਤਰ ਸ਼ਬਦ ਹੈ। ਜਿਸ ਤਰ੍ਹਾਂ ਈਸਾ ਮਸੀਹ ਵਾਲੇ ਕੀ ਕਹਿੰਦੇ ਆ? ਪਵਿੱਤਰ ਬਾਈਬਲ। ਕੁਰਾਨ ਵਾਲੇ ਵੀ ਕਹਿੰਦੇ ਆ ਪਵਿੱਤਰ ਕੁਰਾਨ। ਅਸੀਂ ਵੀ ਕਹਿੰਦੇ ਹਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਵਿੱਤਰ ਬਾਣੀ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਭਾਵੇਂ ਧਾਰਮਿਕ ਗ੍ਰੰਥਾਂ ਵਿੱਚ ਜੋ ਲਿਖਿਆ ਸਾਡੇ ਭਲੇ ਵਾਸਤੇ ਲਿਖਿਆ। ਕਹੋ ਸਤਿਨਾਮ ਸ੍ਰੀ। ਪਵਿੱਤਰ ਸ਼ਬਦ ਮੂਹਰੇ ਕਿਉਂ ਲਾਇਆ ਗਿਆ? ਕਿਉਂਕਿ ਇਹਦੇ ਵਿੱਚ ਕਿਸੇ ਦੇ ਪ੍ਰਥਾਏ ਕੋਈ ਵੀ ਗਲਤ ਵਿਚਾਰ ਨਹੀਂ ਹੈ। ਇਹ ਸਾਡਾ ਸਭ ਦਾ ਮਾਰਗ ਦਰਸ਼ਨ ਕਰਨ ਵਾਸਤੇ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼, ਚੌਂ ਵਰਨਾ ਕੋ ਸਾਂਝਾ। ਅਗਲੇ ਬਚਨ ਵਿੱਚ ਪ੍ਰੀਤਮ ਜੀ ਕਹਿੰਦੇ, ਆਓ ਗੁਰੂ ਦੇ ਕੋਲੋਂ ਸ਼ਬਦ ਲੈ ਕੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ। ਵਾਹਿਗੁਰੂ ਵਾਹਿਗੁਰੂ। ਇਹਦੇ ਕਰਨ ਨਾਲ ਕੀ ਹੋਊ ਭਲਾ? ਕਈ ਕਹਿੰਦੇ ਆ ਟੋਟਾ ਡਰਨਾ ਜੀ, ਇਹਦੇ ਦਾ ਕੀ ਫਾਇਦਾ? ਵਾਹਿਗੁਰੂ ਵਾਹਿਗੁਰੂ ਕਰਨ ਦਾ, ਰਾਮ ਰਾਮ ਕਰਨ ਦਾ ਕੀ ਫਾਇਦਾ? ਮੈਂ ਦੱਸਦਾ। ਵਾਹਿਗੁਰੂ ਸ਼ਬਦ ਵਿੱਚ ਨੰਬਰ 1 ਤਾਂ ਇਹਦਾ ਇਹ ਅਰਥ ਬਣਦਾ ਹੈ, ਵਾਹ ਹੈ ਗੁਰੂ, ਪਵਨ ਗੁਰੂ ਹੈ, ਹਵਾ ਗੁਰੂ ਹੈ। ਹਵਾ ਕਿਉਂ ਗੁਰੂ ਹੈ? ਸਵਾਸ ਬਿਨਾਂ ਵੀ ਨਹੀਂ ਸਰਦਾ,
ਤੇ ਹਵਾ ਨਾਲ ਹੀ ਬੋਲਦੇ ਆ। ਇਹ ਸ਼ਬਦ ਹਵਾ ਤੋਂ ਬਣਦਾ। ਅਕਾਲ ਪੁਰਖ ਤੋਂ ਦੂਜੇ ਨੰਬਰ ਤੇ ਹਵਾ ਪੈਦਾ ਹੋਈ ਸੀ। ਸਾਚੇ ਤੇ ਪਵਨ ਪਿਆ, ਪਵਨ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘੜ ਘੜ ਜੋਤ ਸਮੋਏ। ਜਦੋਂ ਪਰਮੇਸ਼ਰ ਇਕੱਲਾ ਬੈਠਾ ਬੋਲਿਆ ਬਈ ਮੇਰੇ ਵਰਗੇ ਹੋਰ ਵੀ ਬਣ ਜਾਓ, ਤਾਂ ਫਿਰ ਕੀ ਹੋਇਆ? ਉਹ ਤੋਂ ਹਵਾ ਨਿਕਲੀ। ਹਵਾ ਠੰਡੀ ਹੋ ਕੇ ਪਾਣੀ ਬਣਿਆ, ਪਾਣੀ ਧਰਤੀ 'ਤੇ ਵਰਿਆ ਤੇ ਆਪਾਂ ਸਾਰੇ ਪਾਣੀ ਤੋਂ ਬਣੇ ਆ। ਆਪਾਂ ਸਾਰੇ ਪਸ਼ੂ ਪੰਛੀ ਜੀਵ ਜੰਤੂ 84 ਲੱਖ ਜੂਨ ਇਹ ਸਾਰੀ ਪਾਣੀ ਤੋਂ ਪੈਦਾ ਹੋਈ ਆ। ਜਲ ਕੀ ਭੀਤ ਪਵਨ ਕਾ ਥੰਬਾ, ਰਖਤ ਬੂੰਦ ਕਾ ਗਾਰਾ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਅਕਾਲ ਪੁਰਖ ਨੇ ਕਿਰਪਾ ਕੀਤੀ। ਇਹ ਜਿਹੜਾ ਸ਼ਬਦ ਹੈ ਇਹ ਹਵਾ 'ਚੋਂ ਬਣਿਆ। ਇਸੇ ਕਰਕੇ ਪਵਨ ਗੁਰੂ, ਪਾਣੀ ਪਿਤਾ, ਮਾਤਾ, ਧਰਤ ਮਹੱਤ। ਹਿੰਦੂ ਮੱਤ ਵਿੱਚ ਪਵਨ ਪੁੱਤਰ ਸ਼ਬਦ ਵਰਤੇ ਆ। ਉਹ ਹਨੂੰਮਾਨ ਉੱਡਦਾ ਸੀ ਨਾ, ਅਸਲ ਵਿੱਚ ਸ਼ਬਦ ਹੈ। ਸੰਸਾਰ ਦਾ ਖਿਆਲ ਕਿਧਰੇ ਹੋਰ ਚਲੇ ਗਿਆ। ਗੁਰੂ ਸਾਹਿਬ ਨੇ ਬੜਾ ਕਲੀਅਰ ਕੱਟ ਕਰ ਦਿੱਤਾ ਬਾਣੀ ਦੇ ਵਿੱਚ। ਸਾਇੰਟੀਫਿਕ ਢੰਗ ਨਾਲ ਸਾਇੰਸ ਵੀ ਇਹਨੂੰ ਇਹ ਨਹੀਂ ਕਹਿ ਸਕਦੀ ਵੀ ਇਹ ਗੱਲ ਮੰਨੀ ਨਹੀਂ ਜਾਂਦੀ। ਸਾਇੰਸ ਨੂੰ ਵੀ ਮੰਨਣੀ ਪੈਂਦੀ ਹੈ, ਭਾਵੇਂ ਸਮਾਂ ਪਾ ਕੇ ਮੰਨੇ, ਅਖੀਰ ਮੰਨ ਜਾਂਦੇ ਆ ਸਾਇੰਸਦਾਨ ਵੀ ਵਾਕਿਆ ਗੁਰਬਾਣੀ ਵਿੱਚ ਜੋ ਲਿਖਿਆ ਉਹ ਸਾਇੰਟੀਫਿਕ ਹੈ। ਤੋ ਪਵਨ ਗੁਰੂ ਦਾ ਮਤਲਬ ਹੈ ਹਵਾ ਗੁਰੂ, ਵਾਹਿਗੁਰੂ। ਵਾਹਿਗੁਰੂ ਦਾ ਇੱਕ ਅਰਥ ਹੈ ਵਾਹ ਹੈ ਗੁਰੂ। ਦੂਸਰਾ, ਇਹ ਤਾਂ ਚਾਰਾਂ ਅੱਖਰਾਂ ਨੂੰ ਅਲੱਗ ਅਲੱਗ ਕਰ ਲਿਆ। ਹੁਣ ਗੁਰੂ ਦਾ ਅਰਥ ਕੀ ਹੈ? ਗੋ ਭਾਵ ਗੁੱਪ ਹਨੇਰਾ, ਤੇ ਰੂ ਦਾ ਭਾਵ ਰੋਸ਼ਨੀ। ਇਹ ਸ਼ਬਦ ਜਿਹੜਾ ਤੁਹਾਨੂੰ ਹਨੇਰੇ 'ਚੋਂ ਚਾਨਣ ਵੱਲ ਲੈ ਕੇ ਜਾਂਦਾ ਹੈ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਸ਼ਬਦ ਦਾ ਅਰਥ ਕੀ ਹੈ? ਵੀ ਇਹ ਸ਼ਬਦ ਜਿਹੜਾ ਹੈ ਇਹ ਤੁਹਾਨੂੰ ਹਨੇਰੇ ਚਾਨਣ ਵੱਲ ਲੈ ਕੇ ਜਾਂਦਾ। ਕਿਵੇਂ ਲੈ ਕੇ ਜਾਂਦਾ? ਹੁਣ ਇਹ ਸੁਣੋ। ਨੰਬਰ 1 ਤਾਂ ਕਿੰਨੇ ਸ਼ਬਦ ਆ, ਇਹਨਾਂ ਦੇ ਅਰਥ ਕਰ ਲਓ, ਤੁਹਾਨੂੰ ਅਗਿਆਨਤਾ ਕੱਢ ਕੇ ਗਿਆਨ ਦੇਊਗਾ। ਇਹ ਕਿਵੇਂ ਦਿੰਦਾ ਹੈ? ਜੇ ਤੁਸੀਂ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਹੋ, ਤੁਹਾਡੇ ਦਿਮਾਗ ਦੀਆਂ ਪੜ੍ਹੇ ਲਿਖੇ ਬੱਚਿਆਂ ਨੂੰ ਪਤਾ ਹੈ ਕਰੋੜਾਂ ਹੀ ਕੋਸ਼ਿਕਾਵਾਂ, ਬਰੀਕ ਬਾਲ ਵਰਗੀਆਂ ਬਰੀਕ ਨਾੜੀਆਂ, ਜਿਨ੍ਹਾਂ ਦੇ ਵਿੱਚ ਗਿਆਨ ਪੈਦਾ ਹੁੰਦਾ ਹੈ, ਪਰ ਉਹ ਸਾਡੀਆਂ ਬੰਦ ਪਈਆਂ ਨੇ। ਇਹਦਾ ਬੰਦੇ ਦਾ ਬੜਾ ਮੋਟਾ ਦਿਮਾਗ ਹੈ। ਭਾਵ ਜਿਹਨੂੰ ਘੱਟ ਸਮਝ ਆਉਂਦੀ ਹੋਵੇ ਉਹਨੂੰ ਮੋਟਾ ਦਿਮਾਗ ਕਹਿ ਦਿੰਦੇ ਆ, ਜਿਹਨੂੰ ਵਧੀਆ ਸਮਝ ਆਉਂਦੀ ਹੈ ਇਹਦਾ ਬੜਾ ਬਰੀਕ ਦਿਮਾਗ ਹੈ, ਯਾਰ ਬੜਾ ਬਰੀਕ ਸੋਚਦਾ। ਕਹੋ ਸਤਿਨਾਮ। ਮਤਲਬ ਸਾਡੀ ਅੰਦਰ ਜਿਹੜੀਆਂ ਉਹ ਨਾੜੀਆਂ ਬਰੀਕ ਤੇ ਮੋਟੀਆਂ 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 ਸਭ ਦੀਆਂ ਚੱਲਦੀਆਂ ਆਪਣੀਆਂ। ਆਪਣਾ ਦਿਮਾਗ 7, 8, 10% ਤੋਂ ਵੱਧ ਨਹੀਂ ਚੱਲ ਰਿਹਾ ਇਸ ਵੇਲੇ, ਤੇ 100% ਦਿਮਾਗ ਗੁਰੂਆਂ ਦਾ ਚੱਲਿਆ, ਅਵਤਾਰਾਂ ਦਾ ਚੱਲਿਆ, ਪੀਰਾਂ ਬਗਾਬਰਾਂ ਦਾ 100% ਦਿਮਾਗ ਚੱਲਿਆ। ਤੇ ਤੁਸੀਂ ਚਲਾਉਣਾ ਹੈ ਤੇ ਫਿਰ ਜਾਪ ਕਰਿਆ ਕਰੋ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਤੁਸੀਂ ਕਹੋਗੇ ਮੂੰਹ ਨਾਲ ਬੋਲਣ ਨਾਲ ਕੀ ਹੋ ਗਿਆ? ਇਹ ਸੱਟ ਵੱਜ ਰਹੀ ਆ ਉਹਨਾਂ ਬਰੀਕ ਨਾੜੀਆਂ ਤੇ, ਉਹਨਾਂ ਨਾੜੀਆਂ ਨੂੰ ਐਕਟੀਵੇਟ ਕਰਦਾ ਹੈ ਵਾਹਿਗੁਰੂ ਮੰਤਰ ਜਾਂ ਰਾਮ ਮੰਤਰ, ਜੋ ਵੀ ਹੈ ਉਹ ਰਾਮ ਰਾਮ ਕਹਿੰਦੇ, ਆਪਾਂ ਵਾਹਿਗੁਰੂ ਕਹਿੰਦੇ ਆ। ਇਹ ਸਾਡੇ ਇਸ ਦਿਮਾਗ ਨੂੰ ਖੋਲ੍ਹਦਾ ਹੈ। ਉਹ ਜਿਹੜੀਆਂ ਨਾੜੀਆਂ ਬੰਦ ਪਈਆਂ ਬਰੀਕ ਨਾੜੀਆਂ, ਉਹਨਾਂ ਨੂੰ ਚਾਲੂ ਕਰਦਾ, ਫਿਰ ਉਹਨਾਂ ਵਿੱਚੋਂ ਗਿਆਨ ਪੈਦਾ ਹੁੰਦਾ ਹੈ। ਖੈਰ ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ। ਅੱਗੇ ਅਰਦਾਸ ਬੇਨਤੀ ਕਰਦੇ ਹਾਂ, ਬਸ 2 ਮਿੰਟਾਂ ਬਾਅਦ ਆਪਾਂ। ਧੰਨ ਸ੍ਰੀ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਨਿਰਮਲ ਨਾਮ ਵਸਿਆ ਮਨ ਆਏ। ਜਦੋਂ ਇਹ ਵਾਹਿਗੁਰੂ ਮੰਤਰ ਦਾ ਉਚਾਰਨ ਕਰਦੇ ਹਾਂ, ਦੂਸਰਾ ਅਰਥ ਹੈ ਵਾਹਿਗੁਰੂ ਮੰਤਰ ਦਾ ਮੇਰਾ ਗੁਰੂ ਧਨ ਹੈ। ਵਾਹ ਗੁਰੂ, ਗੁਰੂ ਦੀ ਸਿਫਤ ਵੀ ਹੋ ਰਹੀ ਹੈ ਇਹਦੇ ਵਿੱਚ। ਪਹਿਲਾ ਅਰਥ ਵਾਹਿਗੁਰੂ ਕੀ ਹੈ ਵੀ ਦੱਸਦਾ, ਦੂਜਾ ਅਰਥ ਹੈ ਵਾਹਿਗੁਰੂ ਧਨ ਹੈ। ਅਤੇ ਜਦੋਂ ਇਸ ਤਰ੍ਹਾਂ ਕਰਾਂਗੇ ਤਾਂ ਸਾਡੇ ਦਿਮਾਗ ਦੇ ਵਿੱਚ ਵਾਈਬ੍ਰੇਸ਼ਨ ਪੈਦਾ ਹੁੰਦੀ ਹੈ, ਕੰਪਨ। ਹੁਣ ਥੋੜੇ ਨਾਲ ਤਾਂ ਖੁੱਲ੍ਹਦਾ ਨਹੀਂ ਗਾ, ਥੋੜੀ ਸਰ ਤਾਂ ਵੱਡੀ ਹੈ ਨਾ, ਇਹ ਬੜੀਆਂ ਸੂਖਮ ਨਾੜੀਆਂ। ਇਸ ਦੀ ਜਿਹੜੀ ਵਾਈਬ੍ਰੇਸ਼ਨ ਹੈ ਨਾ, ਜਿਹੜੀ ਕੰਪਨ ਹੈ, ਇਹਨਾਂ ਨੂੰ ਇਹੀ ਖੋਲ੍ਹੂਗੀ। ਜਿਵੇਂ ਉਲਝੇ ਹੋਏ ਧਾਗੇ ਨੂੰ ਆਪਾਂ ਹਿਲਾ ਹਿਲਾ ਕੇ ਖੋਲ੍ਹਦੇ ਹਾਂ, ਇਹ ਵਾਹਿਗੁਰੂ ਮੰਤਰ ਨਾਲ ਖੁੱਲ੍ਹਦਾ ਹੈ। ਕਹੋ ਸਤਿਨਾਮ ਸ੍ਰੀ। ਇਸੇ ਕਰਕੇ ਸਿਮਰਨ ਦੀ ਲੋੜ ਹੈ। ਮੇਰੇ ਪ੍ਰੀਤਮ ਜੀ ਕਹਿੰਦੇ, ਹਰ ਨਿਰਮਲ ਗੁਰ ਸ਼ਬਦ ਸਲਾਹੀ, ਸ਼ਬਦੋ ਸੁਣ ਤਿਸਾ ਮਿਟਾਵਣਿਆ ਰਹਾਓ। ਨਿਰਮਲ ਨਾਮ ਵਸਿਆ ਮਨ ਆਏ। ਮਨ ਤਾਂ ਨਿਰਮਲ ਮਾਇਆ ਮੋਹ ਗਵਾਏ। ਜਦੋਂ ਇਹ ਨਾਮ ਸਾਡੇ ਹਿਰਦੇ ਵਿੱਚ ਵਸ ਗਿਆ, ਸਾਡੇ ਦਿਮਾਗ ਵਿੱਚ ਵਸ ਗਿਆ, ਅੰਦਰ ਗਿਆਨ ਪੈਦਾ ਹੋ ਗਿਆ। ਜਿੱਥੇ ਪਹਿਲਾਂ ਸਾਡੇ ਮਨ ਤਨ ਵਿੱਚ ਮੋਹ ਸੀਗਾ ਬੱਚਿਆਂ ਦਾ, ਫਿਰ ਇਹ ਪ੍ਰੇਮ ਬਣ ਜਾਊਗਾ। ਫਿਰ ਆਂਢੀ ਗਵਾਂਢੀ ਦਾ ਵੀ ਖਿਆਲ ਕਰੇਗਾ। ਕਹੋ ਸਤਿਨਾਮ। ਜਿੱਥੇ ਪਹਿਲਾਂ ਕੱਚੇ ਬੱਚਿਆਂ ਦਾ ਮੋਹ ਕਰਦਾ ਨਾ, ਫਿਰ ਕਿਸੇ ਲੋੜਵੰਦ ਦਾ ਗਰੀਬ ਦਾ ਵੀ ਖਿਆਲ ਕਰੇਗਾ, ਕਿਉਂਕਿ ਅੰਦਰ ਦਇਆ ਪੈਦਾ ਹੋਵੇਗੀ। ਧੌਲ ਧਰਮ ਦਇਆ ਕਾ ਪੂਤ।
ਸਿਮਰਨ ਕਰਕੇ ਦਇਆ ਪੈਦਾ ਹੋਵੇਗੀ, ਦਇਆ ਪੈਦਾ ਹੋਵੇਗੀ ਤੇ ਧਰਮ ਵੀ ਆਵੇਗਾ। ਮੇਰੇ ਪ੍ਰੀਤਮ ਜੀ ਕਹਿੰਦੇ ਨਿਰਮਲ ਨਾਮ ਬਸਿਆ ਮਨ ਆਏ, ਮਨ ਤਾਂ ਨਿਰਮਲ ਮਾਇਆ ਮੋਹ ਗਵਾਏ, ਨਿਰਮਲ ਗੁਣ ਗਾਵੇ ਨਿਤ ਸਾਚੇ ਕੇ, ਨਿਰਮਲ ਨਾਦ ਵਜਾਵਣਿਆ ਨਾਲ ਹੁੰਦਾ ਸ਼ਬਦ ਦੀ ਆਵਾਜ਼। ਆ ਸੰਖ ਵਜਾਉਂਦੇ ਆ ਨਾ ਮੰਦਰਾਂ ਵਿੱਚ ਜਾਂ ਹੋਰ ਵੀ ਜਗ੍ਹਾ ਤੇ ਵੱਜਦੇ ਆ ਸੰਖ, ਸੰਖ ਦੀ ਐਸੀ ਆਵਾਜ਼ ਹੈ ਇਹ ਵੀ ਇੱਕ ਵਾਈਬ੍ਰੇਸ਼ਨ ਪੈਦਾ ਕਰਦੀ ਹੈ। ਇਹ ਵੀ ਜਿਨ੍ਹਾਂ ਦੇ ਕੰਨਾਂ ਵਿੱਚ ਜਾ ਕੇ ਸੰਖ ਦੀ ਆਵਾਜ਼ ਵੱਜਦੀ ਹੈ ਨਾ, ਕੰਨਾਂ ਰਾਹੀਂ ਉਹ ਸਾਡੇ ਦਿਮਾਗ ਦੀਆਂ ਨਾੜੀਆਂ 'ਤੇ ਅਸਰ ਕਰਦੀ ਹੈ। ਸੰਖ ਦੀ ਆਵਾਜ਼, ਘੰਟੀ ਦੀ ਆਵਾਜ਼, ਛੈਣੇ ਦੀ ਆਵਾਜ਼, ਬਾਜਿਆਂ ਦੀ ਆਵਾਜ਼, ਸਾਜ਼ਾਂ ਦੀ ਆਵਾਜ਼, ਸ਼ਬਦ ਦੀ ਆਵਾਜ਼, ਕੀਰਤਨ ਦੀ ਆਵਾਜ਼, ਕਥਾ ਦੀ ਆਵਾਜ਼, ਵਾਹਿਗੁਰੂ ਮੰਤਰ ਸਿਮਰਨ ਦੀ ਆਵਾਜ਼, ਇਹ ਸਾਡੇ ਦਿਮਾਗ 'ਤੇ ਅਸਰ ਪਾਉਂਦੀ ਹੈ ਜਾ ਕੇ। ਸਿੱਧਾ ਕੋ ਸਤਨਾਮ, ਇਹ ਚੰਗੀਆਂ ਆਵਾਜ਼ਾਂ, ਇਹਨਾਂ ਨੂੰ ਕਹਿੰਦੇ ਆ ਨਿਰਮਲ ਨਾਦ ਵਜਾਵਣਿਆ। ਜਦੋਂ ਕੋਈ ਇਹ ਪਵਿੱਤਰ ਨਾਦ ਆਪਣੇ ਅੰਦਰ ਵਜਾਵੇਗਾ, ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਫਿਰ ਉਸ ਨੂੰ ਪਵਿੱਤਰ ਅੰਮ੍ਰਿਤ ਦੀ ਬੂੰਦ ਵੀ ਅੰਦਰੋਂ ਮਿਲੇਗੀ। ਇੱਕ ਅੰਮ੍ਰਿਤ ਅਸੀਂ ਪੰਜ ਪਿਆਰਿਆਂ ਤੋਂ ਲੈਂਦੇ ਹਾਂ, ਤੇ ਦੂਜਾ ਅੰਮ੍ਰਿਤ ਜਦੋਂ ਅਸੀਂ ਵਾਹਿਗੁਰੂ ਮੰਤਰ ਦੀ ਜਾਪ ਕਰਾਂਗੇ ਤੇ ਇੱਕ ਦਿਨ ਸਾਡਾ ਸਵਾਸ ਜਿਹੜਾ ਆਕਸੀਜਨ ਹੈ ਤੇ ਸਾਡੇ ਦਿਮਾਗ ਨੂੰ ਚੜੀਆਂ ਹਾਈਡਰੋਜਨ ਗੈਸਾਂ, ਤੁਸੀਂ ਪੜ੍ਹੇ ਲਿਖੇ ਹੋਵੋਗੇ, ਹਾਈਡਰੋਜਨ ਤੇ ਆਕਸੀਜਨ ਮਿਲ ਕੇ ਪਾਣੀ ਬਣਦਾ, ਤੁਹਾਨੂੰ ਪਤਾ, ਆਪਾਂ ਪੜ੍ਹਦੇ ਰਹੇ ਹਾਂ ਸਕੂਲਾਂ ਦੇ ਵਿੱਚ। H2O ਇੱਕ ਸਾਇੰਸ ਦੀ ਇਹ ਗੁਰੂ ਪਿਆਰਿਓ ਜੁਗਤ ਹੈ। ਉਹਨਾਂ ਨੂੰ ਪਤਾ ਲੱਗਿਆ ਵੀ ਆਕਸੀਜਨ ਤੇ ਹਾਈਡਰੋਜਨ ਮਿਲ ਕੇ ਪਾਣੀ ਬਣ ਜਾਂਦਾ ਹੈ, ਤੇ ਸਵਾਸ ਤੁਹਾਡਾ ਆਕਸੀਜਨ ਹੈ, ਕਾਮ ਕੋ ਲੋਭ ਮੋਹ ਹੰਕਾਰ ਇਹ ਹਾਈਡਰੋਜਨ ਹੈ। ਕਹੋ ਸਤਨਾਮ। ਪਾਤਸ਼ਾਹ ਨੇ ਨਾਮ ਰੱਖਤਾ ਇਹਨਾਂ ਗੈਸਾਂ ਦਾ। ਇਹ ਗੈਸ ਹੀ ਚੜ੍ਹਦੀ ਹੈ ਦਿਮਾਗ ਨੂੰ। ਹੰਕਾਰ ਦੀ ਗੈਸ ਚੜ੍ਹੀ ਹੋਵੇ ਤੇ ਸਾਡੀਆਂ ਅੱਖਾਂ ਕੰਮ ਛੱਡ ਜਾਂਦੀਆਂ। ਦਿਸਦਾ ਕੋਈ ਗਰੀਬ ਗੁਰਬਾ ਹੰਕਾਰੀ ਲੋਕਾਂ ਨੂੰ? ਕ੍ਰੋਧ ਆ ਜਾਵੇ ਤੇ ਸਕਾ ਭਰਾ ਸਕੇ ਭਰਾ ਨੂੰ ਪਾਣੀ ਪਿੱਛੇ ਵੜ ਦਿੰਦਾ। ਕਹੋ ਸਤਨਾਮ ਸ੍ਰੀ। ਅੱਖਾਂ ਬੰਦ ਹੋ ਜਾਂਦੀਆਂ, ਸੋਚ ਬੰਦ ਹੋ ਜਾਂਦੀ ਆ। ਇਹ ਪੰਜ ਗੈਸਾਂ ਸਾਡੇ ਦਿਮਾਗ ਨੂੰ ਚੜ੍ਹਦੀਆਂ, ਜਿਨ੍ਹਾਂ ਦਾ ਨਾਮ ਬਾਬਾ ਜੀ ਨੇ ਰੱਖਿਆ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਕਾਮ ਵਾਸ਼ਨਾ ਦਿਮਾਗ ਨੂੰ ਚੜ੍ਹੀ ਹੋਵੇ ਤੇ ਕੁਛ ਨਹੀਂ ਦਿਸਦਾ, ਕੁਛ ਨਹੀਂ ਸੁਣਦਾ, ਕੰਨ ਬੰਦ ਹੋ ਜਾਂਦੇ ਆ, ਇਹ ਗਿਆਨ ਇੰਦਰੀ ਕੰਮ ਛੱਡ ਜਾਂਦੇ ਆ, ਬਸ ਇੱਕੋ ਹੀ ਦਿਸਦਾ ਹੰਕਾਰ, ਕ੍ਰੋਧ, ਕਾਮ। ਬੱਚਿਆਂ ਦੇ ਮੋਹ ਵਿੱਚ ਬੰਦਾ ਲੁੱਟਮਾਰ ਕਰਦਾ, ਬਾਹਰੋਂ ਲਾਲਚ ਵਿੱਚ ਆ ਕੇ ਦੂਜਿਆਂ ਦਾ ਹਿੱਸਾ ਖੋਹ ਕੇ ਲਿਆਉਂਦਾ। ਤਾਂ ਇਸੇ ਤਰ੍ਹਾਂ ਹੀ ਗੁਰੂ ਪਿਆਰੋ ਇਹਨਾਂ ਪੰਜਾਂ ਗੈਸਾਂ ਦਾ ਨਾਮ ਰੱਖਤਾ। ਅਸਲ ਵਿੱਚ ਸਾਡੇ ਦਿਮਾਗ ਨੂੰ ਚੜ੍ਹੀ ਹੋਈ ਗੈਸ ਹੈ ਵਿਕਾਰਾਂ ਦੀ। ਤੇ ਜਦੋਂ ਇਹ ਸਵਾਸ ਦੇ ਨਾਲ ਸਿਮਰਨ ਕਰਦਿਆਂ ਇੱਕ ਦਿਨ ਇਹ ਆਕਸੀਜਨ ਸਵਾਸ ਉੱਪਰ ਚਲਿਆ ਜਾਂਦਾ ਤੇ ਉਹਨਾਂ ਪੰਜਾਂ ਨੂੰ ਪਾਣੀ ਬਣਾ ਦਿੰਦਾ। ਉਹ ਪਾਣੀ ਬਣ ਕੇ ਕੀ ਬਣ ਜਾਂਦਾ ਪਤਾ? ਉਹ ਅੰਮ੍ਰਿਤ ਦੀ ਬੂੰਦ ਬਣਦੀ ਆ। ਜਿਵੇਂ ਪਾਰਾ ਕੱਚਾ ਖਾਈਏ ਤੇ ਜੋੜਾਂ 'ਚ ਬਹਿ ਕੇ ਦਰਦ ਕਰਦਾ ਹੈ, ਤੇ ਜੇ ਵੈਦ ਮਾਰ ਕੇ ਦੇਵੇ ਤੇ ਉਹ ਦਵਾਈ ਬਣ ਜਾਂਦਾ। ਕੋ ਸਤਨਾਮ ਸ੍ਰੀ। ਇਸੇ ਤਰ੍ਹਾਂ ਹੀ ਇਹ ਆਕਸੀਜਨ ਜੇ ਆਪਾਂ ਲੈਂਦੇ ਹਾਂ ਸਵਾਸ, ਇਹ ਹਜੇ ਨੱਕ ਤੋਂ ਥੱਲੇ ਨੂੰ ਜਾ ਰਿਹਾ। ਤੇ ਜਿਹੜੇ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਆ, ਜਦੋਂ ਉਹਨਾਂ ਦੇ ਅੰਦਰ ਵਿਰਾਗ ਪੈਦਾ ਹੋ ਜਾਂਦਾ ਪਰਮੇਸ਼ਰ ਨੂੰ ਮਿਲਣ ਦਾ, ਉਹਨਾਂ ਦੇ ਅੰਦਰ ਹਉਕੇ ਪੈਦਾ ਹੁੰਦੇ ਆ, ਹਾਵੇ ਪੈਦਾ ਹੁੰਦੇ ਆ ਮਾਲਕ ਨੂੰ ਮਿਲਣ ਦੇ। ਤੇ ਇੱਕ ਦਿਨ ਉਹਨਾਂ ਦਾ ਸਾਹ ਚੜ੍ਹ ਜਾਂਦਾ, ਜਿਵੇਂ ਛੋਟੇ ਬੱਚਿਆਂ ਸਾਹ ਚੜ੍ਹ ਜਾਂਦਾ। ਤੇ ਆਪਾਂ ਉਸ ਨੂੰ ਥਾਪੀ ਮਾਰ ਕੇ ਪਿੱਛੋਂ ਥੱਲੇ ਲਾਉਣੇ ਆ, ਦੁਬਾਰਾ ਰਵਾਉਣੇ ਆ, ਰੋਣਾ ਬੰਦ ਕਰ ਦਿੰਦਾ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਜਦੋਂ ਵਿਰਾਗ ਦੇ ਵਿੱਚ ਕੋਈ ਆ ਜਾਂਦਾ ਤੇ ਵਾਹਿਗੁਰੂ ਨੂੰ ਜਪਦਾ ਹੈ, ਤੇ ਉਹ ਵਿਰਾਗ ਇੱਕ ਦਿਨ ਉਹਦੇ ਸਵਾਸ ਨੂੰ ਉੱਪਰ ਲੈ ਜਾਂਦਾ, ਤੇ ਬਸ ਫਿਰ ਇਹ ਉੱਥੇ ਪਹੁੰਚ ਜਾਂਦਾ ਜਿੱਥੇ ਅੰਮ੍ਰਿਤ ਦੀ ਬੂੰਦ ਬਣਦੀ ਆ। ਪ੍ਰੀਤਮ ਜੀ ਕਹਿੰਦੇ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਫਿਰ ਉਹ ਅੰਮ੍ਰਿਤ ਦੀ ਬੂੰਦ ਮਿਲਦੀ ਆ। ਵਿੱਚੋਂ ਆਪ ਮੋਆ ਤਿੱਥੇ ਮੋਹ ਨਾ ਮਾਇਆ, ਤੇ ਫਿਰ ਇਹ ਪੰਜੇ ਵਿਕਾਰ ਮਰ ਗਏ, ਕਿਉਂਕਿ ਉਹ ਤਾਂ ਪਾਣੀ ਬਣ ਗਿਆ। ਤੇ ਵਿੱਚੋਂ ਇਹ ਮੋਹ ਜਿਹੜਾ ਸੀਗਾ ਉਹ ਵੀ ਮਰ ਗਿਆ, ਪੰਜੇ ਵਿਕਾਰ ਪਾਣੀ ਬਣ ਗਏ, ਅੰਮ੍ਰਿਤ ਬਣ ਗਿਆ। ਵਿੱਚੋਂ ਆਪ ਮੂਆ, ਵਿੱਚੋਂ ਮੈਂ ਮਰ ਗਈ, ਹੰਕਾਰ ਮਰ ਗਿਆ। ਆਪ ਦਾ ਮਤਲਬ ਆ ਮੈਂ। ਵਿੱਚੋਂ ਆਪ ਮੂਆ, ਮੈਂ ਮਰ ਗਈ, ਹੰਕਾਰ ਮਰ ਗਿਆ। ਤਿੱਥੇ ਮੋਹ ਨਾ ਮਾਇਆ, ਉੱਥੇ ਬਾਕੀ ਚਾਰੇ ਵਿਕਾਰ ਵੀ ਮਰ ਗਏ। ਜਦੋਂ ਚਾਰੇ ਮਰ ਗਏ, ਨਿਰਮਲ ਗਿਆਨ ਧਿਆਨ ਅਤ ਨਿਰਮਲ, ਉੱਥੇ ਫਿਰ ਗਿਆਨ ਪੈਦਾ ਹੋਊਗਾ। ਹੰਕਾਰ ਵਿੱਚ ਗਿਆਨ ਨਹੀਂ ਪੈਦਾ ਹੁੰਦਾ। ਪ੍ਰਿਥੀ ਚੰਦ ਨੂੰ ਹੰਕਾਰ ਸੀਗਾ, ਉਹਨੂੰ ਕੋਈ ਗਿਆਨ ਨਹੀਂ ਪੈਦਾ ਹੋਇਆ। ਅਰਜਨ ਦੇਵ ਮਹਾਰਾਜ ਜੀ ਨੋਰਮਲ ਸੀਗੇ, ਨਿਮਰਤਾ ਵਿੱਚ ਸੀਗੇ, ਗੁਰੂ ਪਿਤਾ ਦੀ ਗੱਲ ਮੰਨਦੇ ਸੀ, ਉਹਨਾਂ ਦੇ ਅੰਦਰ ਗਿਆਨ ਸੀਗਾ। ਉਹਨਾਂ ਨੇ ਸ਼ਬਦ ਪੈਦਾ ਕਰਤਾ, ਸ਼ਬਦ ਹਜ਼ਾਰਿਆਂ ਵਾਲਾ। ਪ੍ਰਿਥੀ ਚੰਦ ਨੂੰ ਟਾਈਮ ਦਿੱਤਾ, ਉਹ ਤੋਂ ਚੌਥਾ ਪਦਾ ਨਹੀਂ ਬਣਿਆ ਸ਼ਬਦ ਹਜ਼ਾਰਿਆਂ ਦਾ। ਕਹੋ ਸਤਨਾਮ ਸ੍ਰੀ। ਮਤਲਬ
ਜਿੰਨਾ ਚਿਰ ਦਿਮਾਗ ਸ਼ਾਂਤੀ ਵਿੱਚ ਨਹੀਂ ਆਉਂਦਾ ਉਹਨਾਂ ਚਿਰ ਕੋਈ ਗੱਲ ਸਮਝ ਨਹੀਂ ਆਉਂਦੀ। ਕੋਈ ਭੁੱਲੀ ਗੱਲ ਵੀ ਯਾਦ ਕਰਨ ਵਾਸਤੇ ਅਸੀਂ ਅੱਖਾਂ ਬੰਦ ਕਰਕੇ ਸੋਚਦੇ ਹਾਂ, ਉਦੋਂ ਸ਼ਾਂਤੀ ਨਾਲ ਜਾ ਕੇ ਸੋਚਦੇ ਹਾਂ। ਕੋਈ ਸਤਨਾਮ ਸ੍ਰੀ। ਪ੍ਰੀਤਮ ਜੀ ਕਹਿੰਦੇ ਫਿਰ ਕੀ ਹੋਇਆ? ਵਿੱਚੋਂ ਆਪ ਮੋਆ ਤਿੱਥੈ ਮੋਹ ਨਾ ਮਾਇਆ, ਨਿਰਮਲ ਗਿਆਨ ਧਿਆਨ ਅਤ ਨਿਰਮਲ। ਫਿਰ ਉੱਥੇ ਪਵਿੱਤਰ ਗਿਆਨ ਪੈਦਾ ਹੋਊਗਾ, ਅਸਲੀ ਗਿਆਨ। ਧਿਆਨ ਦੇ ਵਿੱਚ ਜਾ ਕੇ ਨਿਰਮਲ ਬਾਣੀ ਮਨ ਵਸਾਵਣਿਆ। ਜਦੋਂ ਇਸ ਨਿਰਮਲ ਬਾਣੀ ਨੂੰ ਹਿਰਦੇ ਵਿੱਚ ਵਸਾਵੇਂਗਾ, ਜੋ ਨਿਰਮਲ ਸੋ ਨਿਰਮਲ ਸੇਵੇ। ਗੁਰਮੁਖ ਜਿਹੜੇ ਆ, ਗੁਰਮੁਖ ਪਰਮੇਸ਼ਰ ਨੂੰ ਸਿਮਰਦੇ ਹੈ। ਹਉਮੈ ਮੈਲ ਗੁਰ ਸ਼ਬਦ ਹੈ ਧੋਵੇ, ਤੇ ਆਪਣੀ ਮੈਲ ਨੂੰ, ਵਿਕਾਰਾਂ ਨੂੰ ਸ਼ਬਦ ਨਾਲ ਜਪ ਜਪ ਕੇ ਕੱਢਦੇ ਹੈ, ਧੋਂਦੇ ਹੈ, ਸਾਫ਼ ਕਰਦੇ ਹੈ। ਨਿਰਮਲ ਮਨੁਆ ਹਰ ਸ਼ਬਦ ਪਰੋਵੇ। ਇਸ ਮਨ ਦੇ ਵਿੱਚ ਫਿਰ ਵਾਹਿਗੁਰੂ ਮੰਤਰ ਦੇ ਸ਼ਬਦ ਪਰੋਂਦੇ ਹੈ। ਹੀਰਿਆਂ ਦਾ ਹਾਰ ਭਾਵ ਰਾਮ ਰਾਮ ਵਾਹਿਗੁਰੂ ਵਾਹਿਗੁਰੂ, ਮਾਨੋ ਇਹ ਮੋਤੀਆਂ ਦੀ ਮਾਲਾ ਬਣ ਗਈ ਆ, ਹਿਰਦੇ ਦੇ ਵਿੱਚ ਪਰੋਂਦੇ ਆ। ਨਿਰਮਲ ਮਨੁਆ ਹਰ ਸ਼ਬਦ ਪਰੋਵੈ, ਨਿਰਮਲ ਨਾਮ ਲੱਗੇ ਵਡਭਾਗੀ। ਨਿਰਮਲ ਨਾਮ ਸੁਹਾਵਣਿਆ। ਜਿਹੜੇ ਇਸ ਪਵਿੱਤਰ ਨਾਮ ਨਾਲ ਜੁੜ ਜਾਂਦੇ ਆ, ਵੱਡੇ ਭਾਗਾਂ ਵਾਲੇ, ਉਹ ਸੋਹਣੇ ਲੱਗਦੇ ਆ। ਇਸੀ ਚਾਰਕ ਪਦਿਆਂ ਦੀ ਵਿਚਾਰ ਰਹਿੰਦੇ ਪਦਿਆਂ ਦੀ ਵਿਚਾਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ 'ਤੇ ਹੈ। ਬੋਲਦਿਆਂ ਨੇਕਾਂ ਅੱਖਰ ਬਾਅਦ ਕਾਟ ਹੋ ਜਾਂਦੇ ਹੈ। ਇਹ ਹੈ ਪਵਿੱਤਰ ਮੰਤਰ ਦੀ ਮਹਿਮਾ, ਪਰਮੇਸ਼ਰ ਦੇ ਨਾਮ ਦੀ ਮਹਿਮਾ। ਕੋਈ ਚਾਹੇ ਅੱਲਾਹ ਕਹਿੰਦਾ ਹੈ, ਚਾਹੇ ਕੋਈ ਰਾਮ ਕਹਿੰਦਾ ਹੈ, ਚਾਹੇ ਕੋਈ ਵਾਹਿਗੁਰੂ ਕਹਿੰਦਾ ਹੈ, ਜੋ ਪਰਮੇਸ਼ਰ ਦਾ ਨਾਮ ਹੈ। ਇਹ ਨਾਮ ਦੀ ਮਹਿਮਾ ਹੈ ਕਿ ਨਾਮ ਨੇ ਸਾਡੇ ਅੰਦਰ ਜਾ ਕੇ ਕਰਨਾ ਕੀ ਹੈ, ਕਿਵੇਂ ਸਾਡਾ ਜੀਵਨ ਬਦਲਦਾ ਹੈ, ਕਿਵੇਂ ਭੂਮੀਆਂ ਚੋਰ ਇੱਕ ਵਜ਼ੀਰ ਬਣ ਗਿਆ, ਕਿਵੇਂ ਕੌਡਾ ਰਾਖਸ਼ ਉਹਦਾ ਆਧਾਰ ਹੋ ਗਿਆ, ਕਿਵੇਂ ਸੱਜਣ ਠੱਗ ਜਿਹੜਾ ਸੀ ਇੱਕ ਵਧੀਆ ਬੰਦਾ ਬਣ ਗਿਆ। ਗੁਰੂ ਸਾਹਿਬਾਂ ਨੇ ਕਿੰਨੇ ਭੈੜੇ ਭੈੜੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ। ਇਹ ਨਾਮ ਦੀ ਮਹਿਮਾ ਹੈ। ਗੁਰੂ ਕਿਰਪਾ ਕਰਨ ਸਾਡੇ ਅੰਦਰ ਵਸ ਜਾਵੇ। ਰਹਿੰਦੇ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।